ਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਭਨ ਸੰਗ ਅਕਬਰ ਨੇ ਕਹਿਓ। ਕੌਣ ਖੋਟ ਇਨ ਮੋਹ ਤੁਮ ਲਹਿਓ। ਜਿਸ ਪਰ ਕਰ ਪੁਕਾਰ ਸਭ ਆਏ। ਆਪਨੋ ਧਰਮ ਕਹੋ ਸਮੁਝਾਏ। ਸਭਨ ਸੰਗ ਅਕਬਰ ਨੇ ਕਹਿਓ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੇ ਉੱਤੇ ਸਦਾ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਸੁਖ ਨਿਧਾਨ ਧੰਨ ਧੰਨ ਸਤਿਗੁਰੂ ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਦੋਵੇਂ ਹੱਥ ਜੋੜੋ। ਐ ਆਪਣੇ ਮਨ ਇਕਾਗਰ ਕਰਕੇ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। 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 ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਮਹਾਨ ਪਵਿੱਤਰ ਕਥਾ ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਸਰਵਣ ਕਰ ਰਹੇ ਹੋ। ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ 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 ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਮਹਾਨ ਪਵਿੱਤਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਆਓ ਪਹਿਲਾਂ ਸਾਰੀ ਸੰਗਤ ਆਪੋ ਆਪਣੀ ਹਾਜ਼ਰੀ ਸਤਿਗੁਰਾਂ ਦੇ ਚਰਨਾਂ ਵਿੱਚ ਲਵਾਓ। ਪਿਆਰ ਸਤਿਕਾਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਈਰਖਾਲੂ ਜਿਹੜੇ ਲੋਕ ਨੇ ਉਹ ਕੋਈ ਨਾ ਕੋਈ ਨਿੰਦਿਆ ਕਰਨ ਦਾ ਜਿਹੜਾ ਉਪਾਅ ਹੈ ਨਾ ਉਹ ਕਰਦੇ ਰਹਿੰਦੇ ਆ। ਤੁਸੀਂ ਸੁਣਿਆ ਸਮਰੱਥ ਗੁਰੂ ਸਤਿਗੁਰੂ ਗੁਰੂਆਂ ਦੇ ਗੁਰੂ ਆਪ ਪਰਮੇਸ਼ਰ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪੁਕਾਰ ਗੁਰੂ ਸਾਹਿਬ ਜੀ ਦੇ ਖਿਲਾਫ ਪੁਕਾਰ ਅਕਬਰ ਨੂੰ ਬ੍ਰਾਹਮਣਾਂ ਨੇ ਜਾ ਕੇ ਕੀਤੀ ਹੈ। ਮੁੱਖ ਖਤਰਾ ਉਹਨਾਂ ਨੂੰ ਕੀ ਹੈ ਵੀ ਗੁਰੂ ਜੀ ਨੇ ਸਾਰੇ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇੱਕ ਕਰ ਦਿੱਤੇ ਹੈ। ਬ੍ਰਾਹਮਣਾਂ ਦੀ ਮੰਨਤਾ ਘਟ ਗਈ ਹੈ। ਇਸ ਕਰਕੇ ਉਹ ਈਰਖਾ ਦੇ ਵਿੱਚ ਆ ਗਏ ਤੇ ਈਰਖਾ ਦੇ ਵਿੱਚ ਆ ਕੇ ਅਕਬਰ ਬਾਦਸ਼ਾਹ ਨੂੰ ਸ਼ਿਕਾਇਤ ਲਾਉਣ ਵਾਸਤੇ ਪਹੁੰਚੇ ਹੈ। ਅਕਬਰ ਬਾਦਸ਼ਾਹ ਨੇ ਇੱਕ ਚਿੱਠੀ ਭੇਜੀ ਗੁਰੂ ਅਮਰਦਾਸ ਜੀ ਨੂੰ ਕਿ ਤੁਹਾਡੇ ਖਿਲਾਫ ਪੁਕਾਰ ਆਈ ਹੈ, ਤੁਸੀਂ ਆਪਣਾ ਪੱਖ ਜਿਹੜਾ ਲਾਹੌਰ ਆ ਕੇ ਪੇਸ਼ ਕਰੋ। ਜਦੋਂ ਉਹ ਚਿੱਠੀ ਮਹਾਰਾਜ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਪਹੁੰਚੀ ਹੈ, ਗੁਰੂ ਸਾਹਿਬ ਜੀ ਨੇ ਆਪਣੇ ਮਨ ਵਿੱਚ ਵਿਚਾਰ ਕੀਤੀ ਹੈ,
ਸਭ ਤੋਂ ਯੋਗ ਪੁਰਸ਼ ਕਿਹੜਾ ਸੰਗਤ ਵਿੱਚ? ਜਿਹੜਾ ਬੱਚੇ ਕੰਟਰੋਲ 'ਚ ਕਰਾਓ। ਸਭ ਤੋਂ ਯੋਗ ਪੁਰਸ਼ ਕਿਹੜਾ ਹੈ? ਜਿਹੜਾ ਲਾਹੌਰ ਜਾਵੇ ਦਰਬਾਰ ਦੇ ਵਿੱਚ, ਗੱਲਬਾਤ ਜਿਹਨੂੰ ਕਰਨੀ ਆਉਂਦੀ ਹੋਵੇ ਜੀ, ਤੇ ਮਹਾਰਾਜ ਦਾ ਧਿਆਨ ਧੰਨ ਗੁਰੂ ਰਾਮਦਾਸ ਜੀ ਵਾਲੇ ਪਾਸੇ ਪਿਆ। ਗੁਰੂ ਰਾਮਦਾਸ ਸਾਹਿਬ ਮਹਾਰਾਜ ਨੂੰ ਕਹਿਣ ਲੱਗੇ, ਰਾਮਦਾਸ ਜੀ ਲਾਹੌਰ ਵਿੱਚ ਸਾਡੇ ਵੱਲੋਂ ਤੁਸੀਂ ਜਾਣਾ ਹੈ। ਤੇ ਗੁਰੂ ਰਾਮਦਾਸ ਸਾਹਿਬ ਕਹਿਣ ਲੱਗੇ, ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੇ ਤੇ ਬੜੇ ਸਵਾਲ ਕਰਨੇ ਆ, ਉਹ ਵਿਦਵਾਨ ਨੇ ਅੱਗੇ ਸਾਰੇ, ਮਹਾਰਾਜ ਮੈਨੂੰ ਤੇ ਕੋਈ ਵਿੱਦਿਆ ਨਹੀਂ ਆਉਂਦੀ। ਤੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਬਚਨ ਕਹੇ ਉਹ ਆਪ ਜੀ ਨੇ ਸਰਵਣ ਕੀਤੇ। ਮਹਾਰਾਜ ਕਹਿਣ ਲੱਗੇ, ਰਾਮਦਾਸ ਜੀ ਮੂਲ ਮੰਤਰ ਦਾ ਜਾਪ ਕਰਕੇ ਸੱਜੀ ਵਾਲੇ ਬਾਂਹ ਵਾਲੇ ਪਾਸੇ ਜਦੋਂ ਦੇਖੋਗੇ ਨਾ, ਦੁਨੀਆ ਦੀ ਕੁੱਲ ਵਿੱਦਿਆ ਤੁਹਾਡੇ ਸਾਹਮਣੇ ਹੱਥ ਜੋੜ ਕੇ ਖਲੋਤੀ ਹੋਵੇਗੀ। ਜੋ ਤੁਹਾਨੂੰ ਲੋੜ ਹੈ ਤੁਸੀਂ ਆਪੇ ਹੀ ਉਹਨਾਂ ਨੂੰ ਸੁਣਾ ਦੇਣਾ, ਤੁਹਾਡੇ ਅੰਦਰ ਵਿੱਦਿਆ ਸਾਰੀ ਆ ਜਾਏਗੀ। ਸੰਗਤ ਜੀ ਇਹ ਤਾਂ ਚਲੋ ਮਹਾਰਾਜ ਨੇ ਸੁਤੇ ਸਿੱਧ ਆਖਿਆ ਨਾ ਵੀ ਇਸ ਤਰ੍ਹਾਂ ਹੋ ਜਾਏਗਾ। ਜਿਹੜੇ ਬੰਦਗੀ ਕਰਦੇ ਆ, ਭਜਨ ਕਰਦੇ ਆ, ਸਿਮਰਨ ਕਰਦੇ ਆ, ਮਹਾਰਾਜ ਕਹਿੰਦੇ ਆ ਪ੍ਰਭ ਕੈ ਸਿਮਰਨ ਸਭ ਕਿਛ ਸੁਝੈ। ਨਾਮ ਜਪ ਕੇ ਬੰਦੇ ਦੇ ਅੰਦਰ ਹੀ ਸਾਰਾ ਕੁਝ ਪ੍ਰਗਟ ਹੋ ਜਾਂਦਾ ਜੀ, ਸਾਰਾ ਕੁਝ ਉਹਨੂੰ ਅੰਦਰੋਂ ਹੀ ਸੁੱਝਣ ਲੱਗ ਪੈਂਦਾ। ਇੱਕ ਗੱਲ ਚੇਤਾ ਰੱਖਿਓ, ਜਿੰਨਾ ਗਿਆਨ ਧਿਆਨ ਹੈਗਾ ਸਾਰਾ ਰੱਬ ਤੋਂ ਹੀ ਆਇਆ ਜੀ। ਹਾਂਜੀ, ਤੇ ਜਦੋਂ ਕਿਸੇ ਬੰਦੇ ਦੇ ਹਿਰਦੇ 'ਚ ਰੱਬ ਹੀ ਆ ਕੇ ਬਹਿ ਜਾਏ ਤਾਂ ਗਿਆਨ ਧਿਆਨ ਪਿੱਛੇ ਰਹੇਗਾ ਜੀ, ਗਿਆਨ ਧਿਆਨ ਵੀ ਨਾਲ ਹੀ ਆ ਜਾਂਦਾ ਜੀ। ਮਹਾਰਾਜ ਕਹਿੰਦੇ ਸੱਜੀ ਬਾਂਹ ਵੱਲ ਵੇਖਿਓ, ਅਕਬਰ ਦੇ ਦਰਬਾਰ ਦੇ ਵਿੱਚ ਕੁੱਲ ਵਿੱਦਿਆ ਤੁਹਾਡੇ ਸਾਹਮਣੇ ਹੱਥ ਜੋੜ ਕੇ ਖਲੋਤੀ ਹੋਏਗੀ। ਜਿਨ੍ਹਾਂ ਨੇ ਸ਼ਾਸਤਰ ਲਿਖੇ ਹੈ ਨਾ, ਉਹਨਾਂ ਵਿੱਚ ਵੀ ਵਿੱਦਿਆ ਥੋੜ੍ਹੀ ਰਵੇਗੀ ਤੇ ਤੁਹਾਡੇ ਵਿੱਚ ਵਿੱਦਿਆ ਜ਼ਿਆਦਾ ਆ ਜਾਵੇਗੀ। ਸੋ ਗੁਰੂ ਰਾਮਦਾਸ ਸਾਹਿਬ ਜੀ ਸਤ ਬਚਨ ਕਰਕੇ ਤੁਰ ਪਏ, ਉਦੋਂ ਅਜੇ ਗੁਰਤਾ ਗੱਦੀ ਤੇ ਨਹੀਂ ਬੈਠੇ। ਮਹਾਰਾਜ ਚੁੱਪ ਕਰਕੇ ਤੁਰ ਪਏ ਆ, ਮਨ ਵਿੱਚ ਗੁਰੂ ਸਾਹਿਬ ਦਾ ਪ੍ਰੇਮ ਵਸਾ ਕੇ ਅੱਗੋਂ ਹੁਣ ਅਕਬਰ ਦੇ ਦਰਬਾਰ ਵਿੱਚ ਪਹੁੰਚੇ ਆ, ਜਿੱਥੇ ਬਹੁਤ ਖੱਤਰੀ ਤੇ ਬ੍ਰਾਹਮਣ ਇਕੱਠੇ ਹੋਏ ਹੋਏ ਜੀ। ਇੱਕ ਗੱਲ ਚੇਤਾ ਰੱਖਿਓ, ਆਮ ਬੰਦੇ ਨੂੰ ਸਮਝਾਉਣਾ ਬੜਾ ਸੌਖਾ ਹੁੰਦਾ ਹੈ, ਪੜ੍ਹੇ ਲਿਖੇ ਨੂੰ ਸਮਝਾਉਣਾ ਬੜਾ ਔਖਾ ਹੁੰਦਾ ਹੈ ਜੀ। ਪਤਾ ਕਿਉਂ ਜੀ? ਉਹਦੇ ਅੱਗੇ ਉਹਦੀ ਵਿੱਦਿਆ ਬੰਧਨ ਬਣ ਕੇ ਖਲੋਤੀ ਹੁੰਦੀ ਜੀ। ਉਹ ਆਪਣੇ ਆਪ ਨੂੰ ਪਹਿਲਾਂ ਹੀ ਬੜਾ ਸਿਆਣਾ ਮੰਨ ਕੇ ਬੈਠਾ ਹੁੰਦਾ ਹੈ ਜੀ। ਤੇ ਪੜ੍ਹੇ ਨੂੰ ਪੜ੍ਹਾਉਣਾ ਔਖਾ ਹੈ, ਆਮ ਬੰਦੇ ਨੂੰ ਪੜ੍ਹਾਉਣਾ ਜਿਹੜਾ ਉਹ ਸੌਖਾ ਹੈ ਜੀ। ਅੱਗੇ ਬ੍ਰਾਹਮਣ ਈਰਖਾ ਦੇ ਵਿੱਚ ਭਰੇ ਹੋਏ ਖਲੋਤੇ ਆ, ਜਿਨ੍ਹਾਂ ਦੇ ਮਨ 'ਚ ਬੜੇ ਹੀ ਸਵਾਲ ਹੈਗੇ ਵੀ ਇਹ ਵੀ ਪੁੱਛਣਾ, ਇਹ ਵੀ ਪੁੱਛਣਾ, ਇਹ ਵੀ ਪੁੱਛਣਾ, ਤੇ ਸਭਾ ਦੇ ਵਿੱਚ ਹਰਾ ਦੇਣਾ ਜੀ। ਪਰ ਗੁਰਬਾਣੀ ਵਿੱਚ ਇਹੋ ਜਿਹੇ ਬੇਅੰਤ ਸ਼ਬਦ ਆਏ ਹੈ ਪਿਆਰਿਓ, ਜੇ ਕੋਈ ਗਵਾਰ ਮੂਰਖ ਪੁਰਸ਼ ਰੱਬ ਦੇ ਪਿਆਰਿਆਂ ਦੇ ਉੱਤੇ ਕੋਈ ਨਿਸ਼ਾਨਾ ਸਾਧੇ ਤੇ ਰੱਬ ਬੜਾ ਡਾਢਾ ਹੈਗਾ ਜੀ, ਉਹ ਨਿਸ਼ਾਨਾ ਉਲਟਾ ਉਹਨਾਂ ਨੂੰ ਹੀ ਜਾ ਲੱਗਦਾ ਜੀ। ਹਰ ਹਰ ਜਨ ਮਹਾਰਾਜ ਸੱਚੇ ਪਾਤਸ਼ਾਹ ਬਾਣੀ 'ਚ ਕਹਿੰਦੇ ਆ, ਰਾਮ ਦਾ ਨਾਮ ਉਚਰਦਿਆਂ ਪਰਮੇਸ਼ਰ ਦੇ ਪਿਆਰੇ ਤੇ ਸਰ ਸੰਧਿਆ ਗਾਵਾਰ। ਇੱਕ ਮੂਰਖ ਬੰਦੇ ਨੇ ਨਿਸ਼ਾਨਾ ਲਾਇਆ ਜੀ, ਪਰ ਹਰ ਜਨ ਹਰ ਲਿਵ ਉਭਰੇ, ਜਿਨ ਸੰਧਿਆ ਤਿਸ ਫਿਰ ਮਾਰ। ਹੁਣ ਇਹ ਸੁਣਨਾ ਹੈ, ਈਰਖਾ ਦੇ ਵਿੱਚ ਭਰੇ ਹੋਏ ਬ੍ਰਾਹਮਣ ਖੱਤਰੀ ਜਿਹੜੇ ਗੱਲਬਾਤ ਵਿੱਚ ਗੁਰੂ ਜੀ ਨੂੰ ਹਰਾਉਣਾ ਚਾਹੁੰਦੇ ਹੈ, ਤੇ ਗੁਰੂ ਰਾਮਦਾਸ ਸਾਹਿਬ ਕਿਵੇਂ ਜਿੱਤਦੇ ਹੈ, ਕਿਵੇਂ ਉਹਨਾਂ ਦੀ ਪੱਤ ਰਹਿੰਦੀ ਹੈ, ਉਹ ਹੁਣ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰਾਂਗੇ। ਸਾਰੀਆਂ ਸਿੱਖ ਸੰਗਤਾਂ ਦੋਵੇਂ ਹੱਥ ਜੋੜ ਕੇ ਕਹੋ, ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਭਨ ਸੰਗ ਅਕਬਰ ਨੇ ਕਹਿਓ। ਉਧਰੋਂ ਅਕਬਰ ਵੀ ਦਰਬਾਰ 'ਚ ਪਹੁੰਚ ਗਿਆ, ਰਾਮਦਾਸ ਜੀ ਵੀ ਪਹੁੰਚ ਗਏ ਆ ਤੇ ਬ੍ਰਾਹਮਣ ਖੱਤਰੀ ਵੀ ਪਹੁੰਚ ਗਏ ਆ। ਅਕਬਰ ਨੇ ਬ੍ਰਾਹਮਣਾਂ ਨੂੰ ਇਸ ਤਰੀਕੇ ਨਾਲ ਆਖਿਆ, ਕੌਣ ਖੋਟ ਇਨ ਮੋਹ ਤੁਮ ਲਹਿਓ। ਕਹਿੰਦੇ ਭਾਈ ਆ ਗੁਰੂ ਘਰ ਵੱਲੋਂ ਆਏ ਆ, ਹੁਣ ਤੁਸੀਂ ਦੱਸੋ ਤੁਸੀਂ ਇਹਨਾਂ ਵਿੱਚ ਕਿਹੜੀ ਖੋਟ ਵੇਖੀ, ਕਿਹੜਾ ਨੁਕਸ ਵੇਖਿਆ। ਜਿਸ ਪਰ ਕਰ ਪੁਕਾਰ ਸਭ ਆਏ। ਜਿਸ ਕਰਕੇ ਤੁਸੀਂ ਪੁਕਾਰ ਕਰਨ ਵਾਸਤੇ ਇੱਥੇ ਆਏ, ਇਹਨਾਂ ਦੀ ਸ਼ਿਕਾਇਤ ਲਾ ਕੇ ਆਏ ਹੋ। ਹਾਂਜੀ, ਆਪਨੋ ਧਰਮ ਕਹੋ ਸਮਝਾਏ। ਹੁਣ ਤੁਸੀਂ ਆਪਣੀ ਗੱਲ ਸਾਨੂੰ ਸਪਸ਼ਟ ਦੱਸੋ, ਸਿੱਧੀ ਦੱਸੋ, ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ। ਹਾਂਜੀ, ਦਿਜ ਖੱਤਰੀ ਪੰਡਿਤ ਵਿੱਚ ਕੇਈ। ਹੁਣ ਕਈ ਬ੍ਰਾਹਮਣ ਖੱਤਰੀ ਪੰਡਿਤ ਉੱਥੇ ਇਹੋ ਜਿਹੇ ਵੀ ਪਹੁੰਚੇ ਹੋਏ ਸਨ ਦਰਬਾਰ ਵਿੱਚ, ਮਤ ਸਰ ਅਗਨ ਜਰਤ ਹੈ ਜੀ, ਜਿਨ੍ਹਾਂ ਦੇ ਵਿੱਚ ਈਰਖਾ ਭਰੀ ਪਈ ਹੈ ਜੀ। ਈਰਖਾ ਦੇ ਵਿੱਚ ਸੜ ਰਹੇ। ਈਰਖਾਲੂ ਬੰਦੇ ਦਾ ਚਿਹਰਾ ਹੀ ਦੱਸ ਦਿੰਦਾ ਜੀ। ਤੁਹਾਡੇ ਖਿਲਾਫ ਕਿਸੇ ਦੇ ਮਨ 'ਚ ਗੱਲਾਂ ਚੱਲਦੀਆਂ ਹੋਣ ਨਾ ਜੀ, ਉਹਦਾ ਚਿਹਰਾ ਹੀ ਦੱਸ ਦੇਗਾ ਜੀ। ਤੇ ਇੱਕ ਹੋਰ ਕੰਮ ਹੈ, ਜਦੋਂ ਉਹ ਤੁਹਾਡੇ ਸਾਹਮਣੇ ਆਏਗਾ, ਉਹਦੀਆਂ ਮਾਰੀਆਂ ਜਿਹੜੀਆਂ ਤਰੰਗਾਂ ਨੇ ਨਾ ਉਹਦੀਆਂ, ਉਹ ਸਾਡੇ ਅੰਦਰ ਨੂੰ ਖਰਾਬ ਕਰਨਗੀਆਂ ਜੀ। ਸੋ ਸੱਚੇ ਪਾਤਸ਼ਾਹ ਗਰੀਬ ਨਵਾਜ਼ ਅਦਾਲਤ ਵਿੱਚ ਪਹੁੰਚ ਗਏ ਆ। ਉਹ ਬ੍ਰਾਹਮਣ ਸਾਹਮਣੇ ਖਲੋਤੇ ਜਿਹੜੇ ਈਰਖਾ ਵਿੱਚ ਸੜ ਰਹੇ ਆ ਜੀ। ਹਾਂਜੀ, ਸੋ ਬੋਲੇ ਇਨ ਖੱਤਰੀ ਜਾਤ। ਬ੍ਰਾਹਮਣ ਕਹਿਣ ਲੱਗੇ ਜੀ ਇਹ ਖੱਤਰੀ ਨੇ। ਹਾਂਜੀ, ਆਪਨੋ ਪੰਥ ਕਰਿਓ ਬਖਿਆਤ। ਪਰ ਇਹਨਾਂ ਨੇ ਇੱਕ ਵੱਖਰਾ ਹੀ ਪੰਥ ਤੋਰਿਆ। ਗੱਜ ਕੇ ਆਖੋ ਵਾਹਿਗੁਰੂ। ਇਸ ਪੰਥ 'ਚ ਕੋਈ ਬ੍ਰਾਹਮਣ ਦਾ ਸਤਿਕਾਰ ਨਹੀਂ ਹੈ, ਰੱਬ ਦੇ ਨਾਮ ਜਪਣ ਵਾਲੇ ਦਾ ਸਤਿਕਾਰ ਹੈ ਜੀ। ਬਾਬਾ ਬੁੱਢਾ ਸਾਹਿਬ ਜੈਸਿਆਂ ਦਾ ਸਤਿਕਾਰ ਹੈ। ਤੇ ਬ੍ਰਾਹਮਣ ਦਾ ਭਾਵ ਵੀ ਸਤਿਗੁਰੂ ਬਾਣੀ ਵਿੱਚ ਦੱਸਦੇ ਆ। ਬ੍ਰਾਹਮਣ ਅਸਲ ਵਿੱਚ ਉਹ ਹੈ ਜਿਹਨੇ ਬ੍ਰਹਮ ਦੀ ਪਛਾਣ ਕਰ ਲਈ, ਰੱਬ ਦੀ ਪਛਾਣ ਕਰ ਲਈ ਹੈ। ਹਾਂਜੀ, ਵੇਦ ਰੀਤ ਕੋ ਤਿਆਗਨ ਕਰਿਓ। ਤੇ ਮਹਾਰਾਜ ਗੁਰੂ ਰਾਮਦਾਸ ਜੀ ਖਲੋਤੇ ਆ ਤੇ ਉਹ ਜਿਹੜੇ ਬ੍ਰਾਹਮਣ ਹੈ ਨਾ, ਕਹਿਣ ਲੱਗੇ ਵੇਖੋ ਇਹ ਵੇਦਾਂ ਦੀ ਰੀਤੀ ਅਨੁਸਾਰ ਨਹੀਂ ਚੱਲਦੇ, ਜੋ ਵੇਦਾਂ ਵਿੱਚ ਕਿਹਾ ਹੈ ਉਹਦੇ ਅਨੁਸਾਰ ਨਹੀਂ ਚੱਲਦੇ। ਹਾਂਜੀ, ਔਰੇ ਮਤ ਆਪਨੋ ਪਰ ਚੁਰਿਓ। ਹੋਰ ਮਤ ਪ੍ਰਗਟ ਕੀਤੀ ਹੋਈ ਇਹਨਾਂ ਨੇ। ਹਾਂਜੀ, ਅਪਰ ਬਾਤ ਤੋ ਕਹਿਨੀ ਕਹਾਂ। ਤੇ ਹੋਰ ਗੱਲਾਂ ਤੇ ਛੱਡੋ ਕਹਿਣ ਲੱਗੇ, ਹੋਰ ਗੱਲਾਂ ਤੇ ਕੀ ਕਰਨੀਆਂ। ਹਾਂਜੀ, ਹਿੰਦੂ ਨ ਧਰਮ ਗਾਇਤਰੀ ਮਹਾ। ਗੱਜ ਕੇ ਆਖੋ ਵਾਹਿਗੁਰੂ। ਉਹ ਬ੍ਰਾਹਮਣ ਨਾ ਧੱਕੇ ਨਾਲ ਹਿੰਦੂ ਸਾਬਤ ਕਰਦੇ ਆ, ਕਹਿੰਦੇ ਸਿੱਖ ਵੱਖਰੇ ਨਹੀਂ ਹੈਗੇ। ਤੇ ਕਹਿਣ ਲੱਗੇ ਵੇਖੋ ਜੀ ਸਾਰੇ ਗਾਇਤਰੀ ਮੰਤਰ ਪੜ੍ਹਦੇ ਆ, ਇਹਨਾਂ ਗਾਇਤਰੀ ਮੰਤਰ ਛੱਡ ਦਿੱਤਾ, ਇਹ ਨਹੀਂ ਪੜ੍ਹਦੇ। ਹਾਂਜੀ, ਸੋ ਭੀ ਨਹਿ ਜਾਣਹਿ ਨਹਿ ਜਪੈ। ਜਪਣਾ ਤੇ ਛੱਡੋ। ਬ੍ਰਾਹਮਣ ਸਭਾ ਵਿੱਚ ਕਹਿੰਦੇ ਇਹਨਾਂ ਨੂੰ ਪੁੱਛ ਕੇ ਵੇਖ ਲਓ, ਇਹਨਾਂ ਨੂੰ ਗਾਇਤਰੀ ਮੰਤਰ ਨਹੀਂ ਆਉਂਦਾ ਹੋਏਗਾ। ਅਸਲ ਵਿੱਚ ਨਾ ਉਸ ਸਮੇਂ ਕਿਸੇ ਨੂੰ ਉਪਦੇਸ਼ ਦੇਣ ਦਾ ਅਧਿਕਾਰ ਜਿਹੜਾ ਸੀ ਨਾ, ਉਹ ਬ੍ਰਾਹਮਣਾਂ ਦੇ ਕੋਲ ਸੀਗਾ ਜੀ। ਦੂਜਾ ਨਹੀਂ ਸੀ ਦੇ ਸਕਦਾ। ਇਸ ਕਰਕੇ ਬ੍ਰਾਹਮਣ ਕਹਿੰਦੇ ਜੀ ਇਹਨਾਂ ਗਾਇਤਰੀ ਮੰਤਰ ਸਾਡੇ ਕੋਲੋਂ ਲਿਆ ਹੀ ਨਹੀਂ, ਸਾਡੇ ਕੋਲੋਂ ਗਾਇਤਰੀ ਮੰਤਰ ਸਿੱਖਿਆ ਹੀ ਨਹੀਂ ਹੈ। ਹਾਂਜੀ, ਗੁਰਬਾਣੀ ਕੁਛ ਔਰ ਹੈ ਥਪੈ। ਕੁਝ ਹੋਰ ਹੀ ਜਪਦੇ ਆ, ਤੇ ਜੋ ਜਪਦੇ ਆ ਨਾ ਉਹਨੂੰ ਇਹ ਗੁਰਬਾਣੀ ਕਹਿੰਦੇ ਆ। ਗੱਜ ਕੇ ਆਖੋ ਵਾਹਿਗੁਰੂ। ਉਹਨੂੰ ਗੁਰਬਾਣੀ ਕਹਿੰਦੇ। ਸਿੱਖ ਕੀ ਜਪਦੇ ਸੀ? ਸਿੱਖ ਜਪਜੀ ਸਾਹਿਬ ਦਾ ਪਾਠ ਕਰਦੇ ਸਨ, ਹੁਣ ਵੀ ਕਰਦੇ ਆ। ਕਹਿੰਦੇ ਜੀ ਗਾਇਤਰੀ ਤੇ ਪੜ੍ਹਦੇ ਨਹੀਂ, ਪੜ੍ਹਨਗੇ ਤੇ ਤਾਂ ਤੇ ਸਾਡੇ ਕੋਲ ਸਿੱਖੀ ਹੋਏਗੀ, ਕਹਿਣ ਲੱਗੇ। ਹਾਂਜੀ, ਤਬ ਅਕਬਰ ਨੇ ਇਨ ਦਿਸ ਦੇਖਾ। ਤੇ ਅਕਬਰ ਗੁਰੂ ਰਾਮਦਾਸ ਜੀ ਵੱਲ ਵੇਖਣ ਲੱਗ ਪਿਆ। ਮੈਂ ਫਿਰ ਬੇਨਤੀ ਕਰਾਂ, ਉਦੋਂ ਗੁਰਤਾ ਗੱਦੀ ਤੇ ਨਹੀਂ ਸੀ ਬੈਠੇ, ਸੇਵਕ ਰੂਪ ਵਿੱਚ ਸਨ। ਅਕਬਰ ਮਹਾਰਾਜ ਵੱਲ ਵੇਖਣ ਲੱਗ ਪਿਆ।
हाँ जी। गायत्री तुम धर्म वशेखा। ते अकबर कहन लगा जी कि वाकई तुहानू गायत्री नहीं आउंदी, गायत्री मंत्र नहीं आउंदा? हाँ जी। सो भी पठी ना तुमने कैसे। हाँ जी। हिंदू धर्म खतरी के महैसे। ते जे तुसी गायत्री दा पाठ नहीं करदे, वखरी मत तोरी है, फिर ये सही कह रहे हैं। मतलब वो जेड़े ब्राह्मण सी ना, वो धक्के नाल ये कह रहे सन भी ये हिंदू ने। ते मैं फिर बेनती करा, हिंदू माड़ा नहीं है, गज के आखो वाहेगुरु। पर जेड़ा धक्के ना किसी दे धर्म ते अटैक करना वो माड़ा है जी। सिੱਖੀ ਨੂੰ ਉਹ ਪ੍ਰਵਾਨ ਨਹੀਂ ਕਰ ਰਹੇ। ਅਕਬਰ ਕਹਿੰਦਾ ਤੁਹਾਨੂੰ ਗਾਇਤਰੀ ਆਉਣੀ ਚਾਹੀਦੀ ਹੈ। ਹਾਂਜੀ। ਰਾਮਦਾਸ ਗੁਰ ਬਚਨ ਸੰਭਾਰਾ। ਤੇ ਮਹਾਰਾਜ ਗੁਰੂ ਰਾਮਦਾਸ ਜੀ ਨੇ ਵਿਚਾਰ ਕੀਤੀ, ਹੁਣ ਇਹਨਾਂ ਨੂੰ ਗਾਇਤਰੀ ਸੁਣਾਉਣੀ ਪੈਣੀ ਹੈ। ਕਿਉਂ? ਉਹਨਾਂ ਬ੍ਰਾਹਮਣਾਂ ਨੇ ਪਹਿਲੀ ਗੱਲ 'ਚ ਝੂਠੇ ਹੋ ਜਾਣਾ। ਉਹ ਕਹਿੰਦੇ ਜੀ ਇਹਨਾਂ ਨੂੰ ਗੁਰਬਾਣੀ ਆਉਂਦੀ ਹੈ, ਗਾਇਤਰੀ ਦੇ ਤਾਂ ਨੇੜੇ ਨਹੀਂ ਕਦੀ ਗਏ। ਤੇ ਅੱਜ ਤੱਕ ਜਿੰਨੀ ਤੁਸੀਂ ਕਥਾ ਸੁਣੀ ਹੈ, ਕਿਤੇ ਇਹ ਸ਼ਬਦ ਨਹੀਂ ਆਇਆ ਵੀ ਗਾਇਤਰੀ ਮੰਤਰ ਮਾੜਾ ਹੈ। ਗੱਲ ਧਿਆਨ ਨਾਲ ਸੁਣਿਓ। ਪਰ ਸਿੱਖ ਨੂੰ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦਿੱਤੀ ਹੈ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਗੁਰਬਾਣੀ ਗਾਵਹਿ ਭਾਈ ਉਹ ਸਫਲ ਸਦਾ ਸੁਖਦਾਈ। ਗੁਰੂ ਦੀ ਬਾਣੀ ਤੋਂ ਉੱਤੇ ਕੋਈ ਮੰਤਰ ਨਹੀਂ ਹੈ। ਪਰ ਉਹਨਾਂ ਬ੍ਰਾਹਮਣਾਂ ਨੂੰ ਝੂਠਿਆਂ ਕਰਨ ਲਈ ਉੱਥੇ ਗਾਇਤਰੀ ਮੰਤਰ ਸੁਣਾਉਣਾ ਪੈਣਾ ਹੈ ਜੀ। ਪਰ ਸੁਣਾਉਣ ਤੇ ਤਾਂ ਵੀ ਜੇ ਰਾਮਦਾਸ ਜੀ ਕਿਸੇ ਸਕੂਲ 'ਚ ਗਏ ਹੋਣ, ਕਿਸੇ ਬ੍ਰਾਹਮਣ ਕੋਲ ਗਏ ਹੋਣ, ਕਿਸੇ ਕੋਲ ਪੜ੍ਹਿਆ ਹੋਵੇ। ਅੱਜ ਤੱਕ ਉਹ ਗਏ ਹੀ ਨਹੀਂ, ਪੜ੍ਹਿਆ ਹੀ ਨਹੀਂ ਕੁਛ। ਹਾਂਜੀ। ਪੂਜਾ ਦਾਹਿਨੀ ਦਿਸ਼ਾ ਨਿਹਾਰਾ। ਤੇ ਫਿਰ ਰਾਮਦਾਸ ਜੀ ਨੇ ਕੀ ਕੀਤਾ? ਉਹਨਾਂ ਨੇ ਗੁਰੂ ਅਮਰਦਾਸ ਜੀ ਦਾ ਬਚਨ ਚੇਤੇ ਕੀਤਾ। ਗੱਜ ਕੇ ਆਖੋ ਵਾਹਿਗੁਰੂ। ਤੇ ਮਹਾਰਾਜ ਗੁਰੂ ਅਮਰਦਾਸ ਜੀ ਨੇ ਕਿਹਾ ਸੀ ਨਾ, ਰਾਮਦਾਸ ਜੀ ਅਦਾਲਤ ਵਿੱਚ ਜਦੋਂ ਤੁਹਾਨੂੰ ਜ਼ਰੂਰਤ ਪਏਗੀ ਤੇ ਸੱਜੀ ਬਾਂਹ ਵੱਲ ਵੇਖਿਓ, ਸਾਰੀ ਵਿੱਦਿਆ ਆ ਜਾਏਗੀ ਤੁਹਾਡੇ ਕੋਲ। ਮਹਾਰਾਜ ਦਾ ਬਚਨ ਚੇਤੇ ਕੀਤਾ, ਮੂਲ ਮੰਤਰ ਮਨ ਵਿੱਚ ਪੜ੍ਹ ਕੇ ਨਾ ਆਪਣੀ ਸੱਜੀ ਬਾਂਹ ਵੱਲ ਵੇਖਿਆ ਜੀ। ਹਾਂਜੀ। ਸਭ ਵਿਦਿਆ ਪ੍ਰਾਪਤ ਭੀ ਐਸੇ। ਹਾਂਜੀ। ਚਿਰੰਕਾਲ ਪਠ ਪਾਵਹਿ ਜੈਸੇ। ਉਹ ਜਦੋਂ ਸੱਜੀ ਬਾਂਹ ਵੱਲ ਵੇਖਿਆ ਤੇ ਪਿਆਰਿਓ, ਰਾਮਦਾਸ ਜੀ ਨੂੰ ਵੇਦ ਸ਼ਾਸਤਰ ਸਿਮਰਤੀਆਂ ਗ੍ਰੰਥਾਂ ਦਾ ਗਿਆਨ ਇੰਜ ਹੋ ਗਿਆ ਜਿਵੇਂ ਬੜੇ ਚਿਰ ਦੇ ਪਹਿਲਾਂ ਹੀ ਪੜ੍ਹੇ ਹੋਣ ਜੀ। ਸਾਰਾ ਕੁਝ ਫੁਰ ਗਿਆ ਜੀ, ਸਭ ਕੁਝ ਆ ਗਿਆ ਜੀ। ਹਾਂਜੀ। ਬੋਲੇ ਰਾਮਦਾਸ ਸੰਗ ਸ਼ਾਹੂ। ਤੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਅਕਬਰ ਨੂੰ ਕਹਿਣ ਲੱਗੇ, ਹਾਂਜੀ, ਪਠਹਿ ਗਾਇਤਰੀ ਹਮ ਤੁਮ ਪਾਹੂ। ਕਹਿੰਦੇ ਜੀ ਅਸੀਂ ਹੁਣੇ ਗਾਇਤਰੀ ਪੜ੍ਹ ਦਿੰਨੇ ਆ, ਕੋਈ ਔਖੀ ਗੱਲ ਨਹੀਂ ਹੈ। ਹਾਂਜੀ। ਅਰਥ ਸਮੇਤ ਸੁਣਾਵਹਿ ਸਾਰੀ। ਤੇ ਤੁਹਾਨੂੰ ਅਰਥ ਵੀ ਸੁਣਾ ਦਿੰਨੇ ਆ। ਉਹ ਕਹਿੰਦੇ ਸੀ ਇਹਨਾਂ ਨੂੰ ਆਉਂਦਾ ਹੀ ਕੁਝ ਨਹੀਂ ਹੈ, ਇਹ ਅਨਪੜ੍ਹ ਨੇ, ਬ੍ਰਾਹਮਣ ਕਹਿੰਦੇ ਸੀ। ਪਰ ਜਦੋਂ ਗੁਰੂ ਰਾਮਦਾਸ ਸਾਹਿਬ ਕਹਿਣ ਲੱਗੇ ਮੈਂ ਮੰਤਰ ਵੀ ਸੁਣਾ ਦੇਣਾ ਤੇ ਮੰਤਰ ਦੇ ਅਰਥ ਵੀ ਸੁਣਾ ਦੇਣਾ ਤੁਹਾਨੂੰ। ਹਾਂਜੀ। ਜੋ ਆਸ਼ੇ ਹੈ ਤਾਹੇ ਮਝਾਰੀ। ਜੋ ਗਾਇਤਰੀ ਮੰਤਰ ਦੇ ਵਿੱਚ ਮਤਲਬ ਤਤ ਭਾਵ ਛੁਪਿਆ ਹੈ ਨਾ, ਉਹ ਤੁਹਾਨੂੰ ਹੁਣੇ ਮੈਂ ਦੱਸ ਦੇਣਾ ਕਹਿੰਦੇ। ਹਾਂਜੀ। ਸਭ ਕੇ ਵਿੱਚ ਪਾਠ ਤਿਸ ਪੜ੍ਹੇ। ਪਾਪ ਪੁੰਨ ਸਭ ਇਨ ਸਿਰ ਚੜੇ। ਤੇ ਕਹਿਣ ਲੱਗੇ ਮੈਂ ਪੜਨ ਤੇ ਲੱਗਾ ਸਾਰਿਆਂ ਵਿੱਚ, ਤੇ ਜਿਹੜਾ ਪਾਪ ਹੈ ਨਾ ਪੜਨ ਦਾ, ਉਹ ਇਹਨਾਂ ਨੂੰ ਲੱਗੇਗਾ। ਹੁਣ ਗੱਲ ਧਿਆਨ ਨਾਲ ਸੁਣਿਓ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਜਿਹੜੇ ਬ੍ਰਾਹਮਣ ਸਨ ਨਾ, ਉਹ ਇਹ ਕਹਿੰਦੇ ਸਨ ਵੀ ਜਿਹੜਾ ਗਾਇਤਰੀ ਮੰਤਰ ਹੈ, ਵੇਦ ਸ਼ਾਸਤਰ ਨੇ ਕਿਸੇ ਮੁਸਲਮਾਨ ਦੇ ਅੱਗੇ ਨਹੀਂ ਪੜ੍ਹਨੇ, ਕਿਸੇ ਮੁਸਲਮਾਨ ਅੱਗੇ ਨਹੀਂ ਪੜ੍ਹਨੇ। ਜਿਹੜਾ ਮੁਸਲਮਾਨ ਅੱਗੇ ਗਾਇਤਰੀ ਮੰਤਰ ਪੜ੍ਹੇਗਾ, ਵੇਦ ਸ਼ਾਸਤਰ ਪੜ੍ਹੇਗਾ, ਉਹਨੂੰ ਪਾਪ ਲੱਗੇਗਾ।
ਤੇ ਦੂਜੇ ਬੰਨੇ ਤੁਸੀਂ ਸਤਿਗੁਰੂ ਦੀ ਬਾਣੀ ਵੇਖ ਲਓ, ਇੱਥੇ ਮੁਸਲਮਾਨ ਵੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਰਹੇ ਆ, ਹੁਣ ਵੀ ਕਰਦੇ ਆ। ਬਾਣੀ ਸਾਂਝੀ ਹੈ। ਤੇ ਅਕਬਰ ਮੁਸਲਮਾਨ ਹੈ, ਤੇ ਅਕਬਰ ਦੇ ਸਾਹਮਣੇ ਗਾਇਤਰੀ ਪੜ੍ਹਨੀ ਹੈ, ਮੰਤਰ ਪੜ੍ਹਨਾ। ਤੇ ਗੁਰੂ ਰਾਮਦਾਸ ਸਾਹਿਬ ਕਹਿਣ ਲੱਗੇ, ਇਹੋ ਹੀ ਕਹਿੰਦੇ ਹੁੰਦੇ ਵੀ ਤੁਰਕ ਅੱਗੇ ਪੜ੍ਹਿਆ ਪਾਪ ਲੱਗਦਾ, ਤੇ ਹੁਣ ਇਹਨਾਂ ਨੇ ਹੀ ਇਹੋ ਜਿਹਾ ਸਮਾਂ ਬਣਾ ਲਿਆ, ਹੁਣ ਮੈਂ ਪੜ੍ਹਨ ਲੱਗਾ, ਜਿਹੜਾ ਪਾਪ ਲੱਗਣਾ ਆਪੇ ਇਹਨਾਂ ਨੂੰ ਲੱਗੇਗਾ। ਹਾਂਜੀ। ਇਮ ਕਹਿ ਧੁਨ ਕੀਨਸ ਇਸ ਭਾਂਤ। ਇਹ ਕਹਿ ਕੇ ਸਭਾ ਦੇ ਵਿੱਚ ਖਲੋ ਕੇ, ਧੰਨ ਗੁਰੂ ਰਾਮਦਾਸ ਸਾਹਿਬ ਸੇਵਕ ਰੂਪ ਵਿੱਚ ਰਾਮਦਾਸ ਹਨ, ਤੇ ਮਹਾਰਾਜ ਨੇ ਸਭਾ ਦੇ ਵਿੱਚ ਉੱਚੀ ਸੁਰ ਵਿੱਚ ਗਾਇਤਰੀ ਮੰਤਰ ਪੜ੍ਹਿਆ ਜੀ। ਉਹ ਬੱਚਿਆਂ ਨੂੰ ਆਮ ਸਕੂਲਾਂ ਵਿੱਚ ਜਿਹੜੇ ਪੜ੍ਹਦੇ ਆ, ਸਾਂਝੇ ਸਕੂਲਾਂ ਵਿੱਚ ਉੱਥੇ ਪੜ੍ਹਾਉਂਦੇ ਆ। ਕਈ ਸਕੂਲਾਂ 'ਚ ਗਾਇਤਰੀ ਮੰਤਰ ਵੀ ਪੜ੍ਹਾਉਂਦੇ ਆ, ਮੂਲ ਮੰਤਰ ਵੀ ਪੜ੍ਹਾਉਂਦੇ ਆ। ਓਮ ਬੂਰ ਬੁਵਰ ਸਵਾਹਾ ਤਸਹ ਬਤੁਰ ਬਰੇ ਨਿਯਮ ਭਰਗੋ ਦੇਵਸਯ ਧੀਮਹੀ ਦੀਨੋ ਯੋ ਨ ਪ੍ਰਚੋਦਇਆ। ਇਹ ਸਾਰਾ ਮੰਤਰ ਗੁਰੂ ਰਾਮਦਾਸ ਜੀ ਨੇ ਉੱਚੀ ਕਰਕੇ ਤੇ ਪੜ੍ਹ ਦਿੱਤਾ ਜੀ। ਹਾਂਜੀ। ਸਕਲ ਅਰਥ ਕੋ ਕਹਿ ਬਖਿਆਤ। ਤੇ ਅਰਥ ਵੀ ਕਰ ਦਿੱਤੇ, ਗੱਜ ਕੇ ਆਖੋ ਵਾਹਿਗੁਰੂ। ਤੇ ਜਦੋਂ ਮਹਾਰਾਜ ਨੇ ਪੜ੍ਹ ਕੇ ਗਾਇਤਰੀ ਮੰਤਰ ਸੁਣਾਇਆ ਤੇ ਅਰਥ ਵੀ ਸੁਣਾਏ ਨਾ, ਤੇ ਬ੍ਰਾਹਮਣਾਂ ਦੇ ਤੇ ਦੰਦਾਂ ਥੱਲੇ ਜੀਭਾਂ ਰਹਿ ਗਈਆਂ ਜੀ, ਵੀ ਇਹ ਕੀ ਬਣ ਗਿਆ, ਝੂਠੇ ਪੈ ਗਏ ਨਾ। ਉਹ ਤੇ ਅਕਬਰ ਨੂੰ ਕਹਿੰਦੇ ਸੀਗੇ ਵੀ ਇਹਨਾਂ ਨੂੰ ਆਉਂਦਾ ਜਾਂਦਾ ਹੀ ਕੁਝ ਨਹੀਂ ਹੈ, ਪਰ ਜਦੋਂ ਮਹਾਰਾਜ ਨੇ ਵਿਦਿਆ ਸੁਣਾਈ, ਅਰਥ ਕਰਕੇ ਸੁਣਾ ਦਿੱਤੇ, ਤੇ ਬ੍ਰਾਹਮਣ ਹੈਰਾਨ ਰਹਿ ਗਏ। ਪਰ ਇਹਦੇ ਤੋਂ ਅਗਲੀ ਗੱਲ ਸੁਣਿਓ, ਗਾਇਤਰੀ ਤੇ ਪੜ੍ਹਿਆ ਗਿਆ ਮੰਤਰ, ਉਹਦੇ ਅਰਥ ਵੀ ਹੋ ਗਏ। ਹਾਂਜੀ। ਓੰਕਾਰ ਉਚਾਰਨ ਕਰਿਓ। ਤੇ ਧੰਨ ਗੁਰੂ ਰਾਮਦਾਸ ਜੀ ਕਹਿਣ ਲੱਗੇ, ਹੁਣ ਸਾਡਾ ਮੂਲ ਮੰਤਰ ਵੀ ਸੁਣ ਲਓ, ਗੱਜ ਕੇ ਆਖੋ ਵਾਹਿਗੁਰੂ। ਸਾਰੀ ਸਭਾ ਵਿੱਚ ਜਦੋਂ ਮੂਲ ਮੰਤਰ ਸ਼ੁਰੂ ਕੀਤਾ, ਤੇ ਅਜੇ ਮੂਲ ਮੰਤਰ ਦਾ ਪਹਿਲਾ ਹੀ ਅੱਖਰ ਸ਼ੁਰੂ ਕੀਤਾ ਗੁਰੂ ਰਾਮਦਾਸ ਜੀ ਦੇ, ਓੰਕਾਰ ਉਚਾਰਨ ਕਰਿਓ। ਅਜੇ ਇਹੋ ਹੀ ਆਖਿਆ, ਇੱਕ ਓੰਕਾਰ। ਹਾਂਜੀ। ਸੁਨ ਧੁਨ ਵਾਯੂ ਗਮਨਤ ਥਿਰਿਓ। ਕਹਿਣ ਲੱਗੇ ਉਸ ਸਮੇਂ ਬਾਣੀ ਦਾ ਇੰਨਾ ਪ੍ਰਤਾਪ ਵਰਤਿਆ, ਇੰਨਾ ਪ੍ਰਤਾਪ ਵਰਤਿਆ, ਇੱਕਦਮ ਸਾਰੀ ਕਚਹਿਰੀ ਦੇ ਵਿੱਚ ਹਵਾ ਹੀ ਰੁਕ ਗਈ ਜੀ। ਰਸ ਬੜਾ ਮਹਾਰਾਜ ਦੀ ਰਸਨਾ 'ਚ, ਹਵਾ ਰੁਕ ਗਈ ਇੱਕਦਮ। ਹਾਂਜੀ। ਪਾਥਰ ਮਰਦਲ ਤਹਾਂ ਹੋਏ ਗਏ। ਕਹਿੰਦੇ ਮਹਾਰਾਜ ਦੇ ਬਚਨਾਂ ਦਾ ਇੰਨਾ ਅਸਰ ਸੀਗਾ, ਗੁਰੂ ਰਾਮਦਾਸ ਜੀ ਨੇ ਜਦੋਂ ਮੂਲ ਮੰਤਰ ਪੜ੍ਹਿਆ, ਉਹਨਾਂ ਦੇ ਬੋਲਾਂ ਵਿੱਚ ਠੰਡ ਇੰਨੀ ਸੀ ਪਿਆਰਿਓ, ਜਿਹੜੇ ਉੱਥੇ ਪੱਥਰ ਦਿਲ ਸਨ ਨਾ, ਉਹ ਵੀ ਨਰਮ ਹੋ ਗਏ ਜੀ। ਹਾਂਜੀ। ਸੁਨ ਸਭ ਲੋਕ ਬਿਸਮਤੇ ਭਏ। ਲੋਕ ਹੈਰਾਨ ਹੋ ਗਏ। ਇੱਕ ਬੰਨੇ ਗਾਇਤਰੀ ਵੀ ਪੜ੍ਹ ਦਿੱਤੀ ਹੈ, ਦੂਜੇ ਬੰਨੇ ਆਪਣੀ ਬਾਣੀ ਵੀ ਇਹਨਾਂ ਨੇ ਪੜ੍ਹ ਦਿੱਤੀ ਹੈ, ਗੁਰੂ ਦੀ ਬਾਣੀ ਵੀ ਪੜ੍ਹ ਦਿੱਤੀ ਹੈ। ਤੇ ਗੁਰੂ ਦੀ ਬਾਣੀ ਦਾ ਫਿਰ ਜਿਹੜਾ ਪ੍ਰਤਾਪ ਵਰਤਿਆ, ਲੋਕ ਸੁਣ ਕੇ ਹੈਰਾਨ ਹੋ ਗਏ, ਵੇਖ ਕੇ ਹੈਰਾਨ ਹੋ ਗਏ। ਹਾਂਜੀ। ਦਰਬਿਓ ਸੋ ਮਨ ਸਭ ਕੋ ਤਿਸ ਕਾਲ। ਇੱਕਦਮ ਸਾਰਿਆਂ ਦਾ ਮਨ ਦਰਵੀ ਭੂਤ ਹੋ ਗਿਆ ਜੀ, ਮਨ ਪਿਘਲ ਗਿਆ ਇੱਕ ਵਾਰੀ ਸਾਰਿਆਂ ਦਾ। ਹਾਂਜੀ। ਤੂਸ਼ਨ ਪੰਡਤ ਕੀਨ ਬਿਸਾਲ। ਤੇ ਉਹ ਪੰਡਤਾਂ ਨੂੰ, ਬ੍ਰਾਹਮਣਾਂ ਨੂੰ ਚੁੱਪ ਹੋਣਾ ਪੈਣਾ ਸੀਗਾ ਜੀ। ਵੇਖੋ ਗੁਰੂ ਸਾਹਿਬ ਨੇ ਉਹਨਾਂ ਦੀ ਕੋਈ ਸ਼ਿਕਾਇਤ ਨਹੀਂ ਕੀਤੀ, ਉਹ ਆਪੇ ਹੀ ਗਏ ਆ ਜੀ, ਆਪੇ ਹੀ ਗਏ ਆ ਨਾ, ਤੇ ਹੁਣ ਆਪੇ ਹੀ ਸ਼ਰਮਸਾਰ ਹੋਏ ਜੀ। ਉਹ ਆਮ ਬੰਦੇ ਹੈ, ਇੱਕ ਅਖਰੀ ਗਿਆਨ ਹੈ ਉਹਨਾਂ ਕੋਲ, ਅਖਰੀ ਗਿਆਨ। ਇੱਧਰ ਗੁਰੂ ਘਰ ਵਿੱਚ ਰੱਬ ਦੀ ਮਿਹਰ ਵਰਤਦੀ ਹੈ। ਉਹ ਸਾਰੇ ਹੈਰਾਨ ਹੋ ਗਏ ਸੁਣ ਕੇ। ਹਾਂਜੀ। ਸੀਤਲ ਹਿਰਦੇ ਭਏ ਸਭ ਕੇ। ਸਾਰਿਆਂ ਦੇ ਹਿਰਦਿਆਂ ਵਿੱਚ ਠੰਡ ਪੈ ਗਈ ਇੱਕ ਵਾਰ ਜੀ। ਹਾਂਜੀ। ਪ੍ਰਗਟੀ ਪ੍ਰੀਤ ਰਹੇ ਮੁਖ ਹੀਰ। ਤੇ ਪਤਾ ਕੀ ਹੋਇਆ ਜੀ, ਜਦੋਂ ਸਭਾ ਵਿੱਚ ਸਤਿਗੁਰੂ ਜੀ ਦੀ ਬਾਣੀ ਪੜ੍ਹੀ ਤੇ ਗੁਰਬਾਣੀ ਸੁਣ ਕੇ
ਸਾਰਿਆਂ ਦੇ ਮਨ ਵਿੱਚ ਗੁਰੂ ਦੀ ਬਾਣੀ ਪ੍ਰਤੀ ਪਿਆਰ ਪੈਦਾ ਹੋ ਗਿਆ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਉਹ ਹੁਣ ਬੋਲ ਮਹਾਰਾਜ ਰਹੇ ਸੀ ਨਾ ਗੁਰੂ ਰਾਮਦਾਸ ਜੀ, ਰਸ ਬੜਾ ਸੀਗਾ, ਸਾਰਿਆਂ ਦੇ ਮਨ ਠੰਡੇ ਹੋ ਗਏ ਜੀ, ਗੁਰਬਾਣੀ ਪ੍ਰਤੀ ਸ਼ਰਧਾ ਵੱਧ ਗਈ ਜੀ। ਹਾਂਜੀ। ਅਚਾਰ ਚਰੇ ਚਾਰ ਅਚਾਰ ਭਏ ਜਬ। ਕਹਿਣ ਲੱਗੇ ਸਭਾ ਦੇ ਵਿੱਚ ਇਸ ਤਰ੍ਹਾਂ ਹੋ ਗਿਆ ਵੀ ਜੜ ਚੀਜ਼ਾਂ ਚੇਤਨ ਹੋ ਗਈਆਂ ਤੇ ਚੇਤਨ ਜੜ ਹੋ ਗਈਆਂ। ਭਾਵ ਬੰਦੇ ਜਿਹੜੇ ਤੁਰ ਫਿਰ ਸਕਦੇ ਐ ਇੱਕ ਥਾਂ ਤੇ ਟਿਕ ਗਏ ਜੀ। ਹਾਂਜੀ। ਕਿਆ ਗਿਣਤੀ ਨਰ ਬਪੁਰਨ ਕੀ ਤਬ। ਤੇ ਫਿਰ ਉੱਥੇ ਹੁਣ ਵਿਚਾਰੇ ਬ੍ਰਾਹਮਣ ਕੀ ਕਰ ਸਕਦੇ ਸੀਗੇ ਜੀ। ਉਹ ਇੱਕੋ ਹੀ ਗੱਲ ਕੀਤੀ ਜੀ, ਇਹ ਗਾਇਤਰੀ ਸੁਣਾ ਦੇਣ ਅਸੀਂ ਮੰਨ ਜਾਵਾਂਗੇ। ਮਹਾਰਾਜ ਕਹਿੰਦੇ ਗਾਇਤਰੀ ਸੁਣ ਲਓ। ਹਾਂਜੀ। ਅਕਬਰ ਅਤ ਪ੍ਰਸੰਨ ਹੋਏ ਗਇਓ। ਅਕਬਰ ਬੜਾ ਪ੍ਰਸੰਨ ਹੋਇਆ ਜੀ ਜਦੋਂ ਸਤਿਗੁਰੂ ਜੀ ਦੇ ਮੁਖੋਂ ਮੂਲ ਮੰਤਰ ਸੁਣਿਆ, ਬਾਣੀ ਸੁਣੀ। ਬ੍ਰਾਹਮਣ ਪਹਿਲਾਂ ਹੀ ਝੂਠੇ ਪੈ ਗਏ, ਅਕਬਰ ਬਾਣੀ ਸੁਣ ਕੇ ਬੜਾ ਖੁਸ਼ ਹੋਇਆ ਜੀ। ਹਾਂਜੀ। ਸਬਨ ਸੁਨਾਏ ਬਖਾਨਤ ਭਇਓ। ਤੇ ਫਿਰ ਨਾ ਅਕਬਰ ਸਾਰਿਆਂ ਨੂੰ ਸੁਣਾ ਕੇ ਇਹ ਗੱਲ ਕਹਿਣ ਲੱਗਾ, ਪਰਮੇਸ਼ਰ ਦਰਵੇਸ਼ ਜੇ ਦੋ ਨਹੀਂ ਭੇਦ ਏਕੋ ਇਹ ਸੋ। ਗੱਜ ਕੇ ਆਖੋ ਵਾਹਿਗੁਰੂ। ਉਹ ਕਹਿਣ ਲੱਗਾ ਸੁਣੋ, ਬ੍ਰਾਹਮਣਾਂ ਨੂੰ ਵੀ ਕਹਿਣ ਲੱਗਾ ਤਾਂ ਆਪਣੇ ਦਰਬਾਰੀਆਂ ਨੂੰ ਵੀ ਕਹਿਣ ਲੱਗਾ ਵੀ ਇਹ ਗੁਰੂ ਅਮਰਦਾਸ ਜੀ ਦੀ ਸ਼ਿਕਾਇਤ ਲੈ ਕੇ ਆਏ ਸਨ, ਪਰ ਮੈਂ ਉਹਨਾਂ ਦੇ ਭੇਜੇ ਹੋਏ ਮਨੁੱਖ ਨੂੰ ਵੇਖ ਲਿਆ, ਉਹਦੇ ਬੋਲਾਂ ਵਿੱਚ ਵਰਤਦੀ ਹੋਈ ਸ਼ਾਂਤੀ ਨੂੰ ਵੇਖ ਲਿਆ। ਇਹਦੇ ਤੋਂ ਮੈਨੂੰ ਪਤਾ ਲੱਗਦਾ ਗੁਰੂ ਅਮਰਦਾਸ ਸਾਹਿਬ ਦਰਵੇਸ਼ ਹਨ। ਦਰਵੇਸ਼ ਮੁਸਲਮਾਨ ਫਕੀਰ ਨੂੰ ਕਹਿੰਦੇ ਆ। ਤੇ ਕਹਿੰਦਾ ਅਗਲੀ ਗੱਲ ਵੀ ਸੁਣ ਲਓ, ਦਰਵੇਸ਼ ਵਿੱਚ ਤੇ ਖੁਦਾ ਵਿੱਚ ਫਰਕ ਨਹੀਂ ਕੋਈ ਹੁੰਦਾ। ਰੱਬ ਦੇ ਪਿਆਰੇ ਤੇ ਰੱਬ ਇੱਕ ਹੀ ਚੀਜ਼ ਹੈ ਕਹਿਣ ਲੱਗਾ। ਹਾਂਜੀ। ਇਨ ਸੋ ਸਮਤਾ ਤੁਮ ਹੋਏ ਨਾਹੀ। ਉਹ ਫਿਰ ਬ੍ਰਾਹਮਣਾਂ ਨੂੰ ਕਹਿਣ ਲੱਗਾ ਤੁਹਾਡੇ ਮਨ 'ਚ ਨਾ ਈਰਖਾ ਹੈ, ਸਾੜਾ ਹੈ। ਉਹ ਨਿਰਲੇਪ ਵਰਤਦੇ ਆ, ਇਸ ਕਰਕੇ ਤੁਹਾਡੀ ਕੋਈ ਬਰਾਬਰੀ ਨਹੀਂ ਹੈਗੀ ਇਹਨਾਂ ਨਾਲ, ਉਹ ਵੱਡੇ ਨੇ। ਹਾਂਜੀ। ਇਹ ਸਾਚੇ ਤੁਮ ਮਿਥਿਆ ਮਾਹੀ। ਇਹ ਸੱਚੇ ਨੇ ਤੇ ਤੁਸੀਂ ਝੂਠੇ ਹੋ। ਤੁਸੀਂ ਕਹਿੰਦੇ ਆਉਂਦਾ ਹੀ ਨਹੀਂ ਕੁਝ, ਵੇਖੋ ਇਹਨਾਂ ਨੇ ਤਾਂ ਸੁਣਾ ਦਿੱਤਾ। ਹਾਂਜੀ। ਵੇਦ ਪੁਰਾਨ ਕਹਿਓ ਇਨ ਕਰਿਓ ਤੁਮ ਕਹਿਬੇ ਮਾਤਰ ਮੈਂ ਥਿਰਿਓ। ਤੁਸੀਂ ਸਿਰਫ ਗੱਲਾਂ ਕਰਦੇ ਹੋ। ਅਕਬਰ ਕਹਿੰਦਾ ਇਹਨਾਂ ਵੱਲ ਵੇਖ ਕੇ ਮੈਨੂੰ ਮਹਿਸੂਸ ਹੁੰਦਾ ਇਹ ਅਮਲ ਕਰਦੇ ਆ। ਗੱਜ ਕੇ ਆਖੋ ਵਾਹਿਗੁਰੂ। ਇੱਕ ਗੱਲਾਂ ਵਾਲੇ ਗਿਆਨੀ ਹੁੰਦੇ, ਇੱਕ ਅਮਲੀ ਗਿਆਨੀ ਹੁੰਦੇ ਆ ਜੀ। ਉਹ ਕਹਿੰਦੇ ਤੁਸੀਂ ਗੱਲਾਂ ਵਾਲੇ 'ਚ ਗੁਰੂ ਰਾਮਦਾਸ ਜੀ ਵੱਲ ਹੱਥ ਕਰਕੇ ਕਹਿੰਦਾ ਇਹ ਅਮਲ ਵਾਲੇ ਆ, ਇਹ ਅਮਲ ਕਰਦੇ ਆ। ਅਮਲ ਵਾਲਿਆਂ ਕੋਲ ਰਸ ਹੁੰਦਾ ਹੈ, ਗੱਲਾਂ ਵਾਲਿਆਂ ਕੋਲ ਰੱਬ ਦੇ ਨਾਮ ਦਾ ਰਸ ਨਹੀਂ ਹੁੰਦਾ ਜੀ। ਉਹਨਾਂ ਕੋਲ ਗੱਲਾਂ ਹੁੰਦੀਆਂ ਜੀ। ਹਾਂਜੀ। ਕਹਿਓ ਨਾ ਕਹੋ ਅਬ ਸਨਮੁਖ ਬਾਣੀ। ਉਹ ਕਹਿੰਦਾ ਬੋਲੋ, ਹੁਣ ਕਿਉਂ ਨਹੀਂ ਬੋਲਣ ਦੇ ਤੁਸੀਂ। ਹਾਂਜੀ। ਅਰਥ ਸਾਹਿਤ ਗਾਇਤਰੀ ਬਖਿਆਨੀ। ਤੁਸੀਂ ਕਹਿੰਦੇ ਸੀ ਆਉਂਦਾ ਹੀ ਕੁਝ ਨਹੀਂ, ਤੇ ਇਹਨਾਂ ਨੇ ਅਰਥਾਂ ਦੇ ਸਮੇਤ ਗਾਇਤਰੀ ਪੜ੍ਹ ਦਿੱਤੀ ਗਿਆ। ਹਾਂਜੀ। ਇਸ ਮਹਿ ਕਰੋ ਪ੍ਰਸ਼ਨ ਜੇ ਜਾਨੋ। ਹੁਣ ਜੇ ਕੋਈ ਪ੍ਰਸ਼ਨ ਹੈ ਤੇ ਪ੍ਰਸ਼ਨ ਕਰ ਦਿਓ ਇਹਨਾਂ ਨੂੰ। ਹਾਂਜੀ। ਨਾਹੇ ਤਾਂ ਅਬ ਬੰਧਨ ਕੋ ਠਾਨੋ। ਨਹੀਂ ਤੇ ਆਪਣੀ ਹਾਰ ਮੰਨ ਲਓ। ਗੱਜ ਕੇ ਆਖੋ ਵਾਹਿਗੁਰੂ। ਹਾਰ ਮੰਨ ਲਓ, ਇਹਨਾਂ ਨੂੰ ਆਪ ਤੋਂ ਵੱਡੇ ਮੰਨ ਲਓ। ਹਾਂਜੀ।
ਪੇਖ ਅਕਬਰ ਕੋ ਤੇਜ ਬਿਸਾਲਾ। ਅਕਬਰ ਦਾ ਤੇਜ ਪ੍ਰਤਾਪ ਵੇਖ ਕੇ, ਹਾਂਜੀ, ਝੂਠੇ ਹੋਏ ਸਕਲ ਤਿਸ ਕਾਲਾ। ਤੇ ਗੁਰੂ ਰਾਮਦਾਸ ਜੀ ਦੇ ਮੁਖੋਂ ਬਾਣੀ ਸੁਣ ਕੇ, ਗਾਇਤਰੀ ਸੁਣ ਕੇ ਝੂਠੇ ਪੈ ਗਏ ਸਾਰੇ ਬ੍ਰਾਹਮਣ ਜੀ। ਹਾਂਜੀ, ਬਾਕ ਨਾ ਕਿਨਹੋ ਉਚਾਰਨ ਕੀਨਾ। ਉਹ ਐਸੀ ਮਿਹਰ ਵਰਤੀ, ਐਸੀ ਕਿਰਪਾ ਵਰਤੀ, ਕਿਸੇ ਨੂੰ ਗੱਲ ਹੀ ਨਾ ਆਈ ਜੀ, ਕੋਈ ਜੀ, ਕੋਈ ਅੱਗੇ ਬੋਲ ਹੀ ਨਹੀਂ ਸਕਿਆ ਜੀ। ਹਾਂਜੀ, ਉਠ ਸਭ ਨੇ ਘਰ ਮਾਰਗ ਲੀਨਾ। ਉੱਠੇ ਬ੍ਰਾਹਮਣ ਆਪਣੇ ਘਰ ਨੂੰ ਤੁਰ ਪਏ ਤੇ ਗੁਰੂ ਘਰ ਦੀ ਜਿੱਤ ਹੋ ਗਈ ਜੀ। ਗੁਰੂ ਘਰ ਦੀ ਸਦਾ ਹੀ ਜਿੱਤ ਹੈ। ਹਾਂਜੀ, ਰਾਮਦਾਸ ਕੇ ਸੰਗ ਪਿਛਾਰੀ। ਬਾਨੀ ਅਕਬਰ ਸ਼ਾਹੋ ਉਚਾਰੀ। ਪਿੱਛੋਂ ਜਦੋਂ ਰਾਮਦਾਸ ਜੀ ਇਕੱਲੇ ਕਚਹਿਰੀ 'ਚ ਰਹਿ ਗਏ ਨਾ, ਸਾਰੇ ਬ੍ਰਾਹਮਣ ਚਲੇ ਗਏ, ਬਾਦਸ਼ਾਹ ਅਕਬਰ ਰਾਮਦਾਸ ਜੀ ਨੂੰ ਕਹਿਣ ਲੱਗਾ, ਹਾਂਜੀ, ਜਗ ਕੇ ਲੋਕ ਦੁਖ ਹੈ ਤੁਮ ਹੇਰ। ਕਹਿਣ ਲੱਗਾ ਮੁੱਖ ਦੀ ਗੱਲ ਇਹ ਹੈ, ਇਹ ਜਿਹੜੇ ਜਗਤ ਦੇ ਲੋਕ ਹੈ ਨਾ, ਇਹ ਤੁਹਾਨੂੰ ਵੇਖ ਵੇਖ ਕੇ ਸੜਦੇ ਆ। ਗੱਜ ਕੇ ਆਖੋ ਵਾਹਿਗੁਰੂ। ਚਿਹਰੇ ਤੋਂ ਪਤਾ ਲੱਗ ਜਾਂਦਾ ਜੀ। ਪਿਆਰਿਓ, ਬੰਦਾ ਸਾਰਾ ਕੁਝ ਲੁਕਾ ਲੇਗਾ ਪਰ ਆਪਣਾ ਚਿਹਰਾ ਨਹੀਂ ਲੁਕਾ ਸਕਦਾ ਜੀ, ਆਪਣੀਆਂ ਗੱਲਾਂ ਨਹੀਂ ਲੁਕਾ ਸਕਦਾ। ਉਹ ਕਹਿੰਦਾ ਇਹ ਵੇਖ ਕੇ ਸੜਦੇ ਨੇ ਤੁਹਾਨੂੰ। ਹਾਂਜੀ, ਅਨਕ ਭਾਂਤ ਕੀ ਨਿੰਦਾ ਢੇਰ। ਇਸ ਕਰਕੇ ਤੁਹਾਡੇ ਪਿੱਛੋਂ ਬੜੀ ਨਿੰਦਿਆ ਕਰਦੇ ਆ। ਈਰਖਾਲੂ ਬੰਦਾ ਸੰਗਤ ਜੀ ਨਿੰਦਿਆ ਕਰੇਗਾ, ਕਦੀ ਜਿਹਦੇ ਮਨ 'ਚ ਈਰਖਾ ਨਹੀਂ, ਉਹ ਨਹੀਂ ਨਿੰਦਿਆ ਕਰਦਾ। ਈਰਖਾਲੂ ਕਦੀ ਕਿਤੇ ਬਹਿ ਕੇ ਨਿੰਦਿਆ ਕਰੇਗਾ, ਕਦੀ ਕਿਤੇ ਬਹਿ ਕੇ ਨਿੰਦਿਆ ਕਰੇਗਾ। ਹਾਂਜੀ, ਜਾਂ ਤੇ ਸਭ ਹਿਨ ਕੋ ਮਨ ਰੱਖਨ। ਇਸ ਕਰਕੇ ਇਹਨਾਂ ਦਾ ਇੱਕ ਵਾਰੀ ਮਨ ਰੱਖਣ ਵਾਸਤੇ ਮਮ ਦਿਸ਼ ਤੇ ਗੁਰ ਸੋ ਕਰ ਭਾਖਨ। ਗੁਰੂ ਸਾਹਿਬ ਜੀ ਨੂੰ ਆਖੋ ਮੇਰੇ ਵੱਲੋਂ, ਹਾਂਜੀ, ਕਰਨ ਤੀਰਥ ਕੋ ਇਸਨਾਨ। ਅੰਗੀਕਾਰ ਕਰਹਿ ਰੁਚ ਠਾਨ। ਗੱਜ ਕੇ ਆਖੋ ਵਾਹਿਗੁਰੂ। ਗੁਰੂ ਸਾਹਿਬ ਨੂੰ ਮੇਰੇ ਵੱਲੋਂ ਆਖੋ ਇੱਕ ਵਾਰੀ ਤੀਰਥਾਂ ਤੇ ਜ਼ਰੂਰ ਜਾਣ। ਕਿਉਂ? ਤੀਰਥਾਂ ਤੇ ਲੋਕ ਇਕੱਠੇ ਹੁੰਦੇ ਸਨ ਤੇ ਬ੍ਰਾਹਮਣ ਗੁਰੂ ਘਰ ਦੇ ਖਿਲਾਫ ਪ੍ਰਚਾਰ ਕਰਦੇ ਸੀਗੇ। ਪਰ ਜਦੋਂ ਗੁਰੂ ਸਾਹਿਬ ਆਪ ਤੀਰਥਾਂ ਤੇ ਜਾਣਗੇ ਤੇ ਜਦੋਂ ਲੋਕਾਂ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤੇ ਲੋਕਾਂ ਨੂੰ ਆਪੇ ਹੀ ਪਤਾ ਲੱਗ ਜਾਣਾ ਕੌਣ ਸੱਚਾ ਕੌਣ ਝੂਠਾ ਜੀ। ਹਾਂਜੀ, ਤੁਮ ਹੋ ਵੱਡੇ ਰੱਖੋ ਮਿਰਜ਼ਾਦਾ। ਸਤਿਗੁਰੂ ਜੀ ਨੂੰ ਮੇਰੇ ਵੱਲੋਂ ਆਖਿਓ ਵੀ ਤੁਸੀਂ ਵੱਡੇ ਹੋ ਤੇ ਤੁਸੀਂ ਮਰਿਆਦਾ ਰੱਖੋ। ਹਾਂਜੀ, ਆਰ ਸਭ ਹਿਨ ਕੋ ਮਿਟਹਿ ਬੇਬਾਦਾ। ਇੱਕ ਵਾਰੀ ਜਾ ਕੇ ਇਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਦਿਓ ਤੀਰਥਾਂ ਤੇ ਜਾ ਕੇ, ਤਾਂ ਕਿ ਇਹਨਾਂ ਦਾ ਝਗੜਾ ਜਿਹੜਾ ਉਹ ਮੁੱਕ ਜਾਵੇ। ਗੱਜ ਕੇ ਆਖੋ ਵਾਹਿਗੁਰੂ। ਬਸ ਇਹ ਈਰਖਾ ਹੀ ਝਗੜਾ ਕਰਾਈ ਜਾਂਦੀ ਜੀ। ਹਾਂਜੀ, ਤੀਰਥ ਪਾਵਨ ਤੁਮ ਤੇ ਹੋਏ। ਵੇਖੋ ਅਕਬਰ ਦੀ ਭਾਵਨਾ। ਅਕਬਰ ਕਹਿ ਰਿਹਾ, ਉਹਨੇ ਪਰਵਾਨੇ ਵਿੱਚ ਲਿਖ ਕੇ ਭੇਜਿਆ, ਗੁਰੂ ਜੀ ਜਦੋਂ ਤੁਸੀਂ ਤੀਰਥਾਂ ਤੇ ਜਾਓਗੇ ਤੁਹਾਡੇ ਚਰਨ ਤੀਰਥਾਂ ਤੇ ਪੈਣਗੇ ਤੇ ਫਿਰ ਕੀ ਹੋਏਗਾ? ਤੀਰਥ ਵੀ ਪਵਿੱਤਰ ਹੋਣਗੇ। ਤੇ ਮਹਾਰਾਜ ਬਾਣੀ ਵਿੱਚ ਦੱਸਦੇ ਗੁਰੂ ਰਾਮਦਾਸ ਜੀ ਕਹਿੰਦੇ, ਤੀਰਥ ਉਦਮ ਸਤਿਗੁਰੂ ਕੀਆ ਸਭ ਲੋਕ ਉਦਾਹਰਣ ਅਰਥਾ। ਲੋਕਾਂ ਦਾ ਭਲਾ ਕਰਨ ਵਾਸਤੇ ਫਿਰ ਗੁਰੂ ਅਮਰਦਾਸ ਸਾਹਿਬ ਤੀਰਥਾਂ ਤੇ ਗਏ ਜੀ। ਹਾਂਜੀ, ਮੂਰਖ ਨਰ ਨਹਿ ਜਾਣਹਿ ਕੋਏ। ਕਹਿਣ ਲੱਗੇ ਮੂਰਖਾਂ ਨੂੰ ਕੀ ਪਤਾ ਹੈ, ਜਦੋਂ ਮਹਾਰਾਜ ਆਪ ਤੀਰਥਾਂ ਤੇ ਜਾਓਗੇ ਤੀਰਥ ਵੀ ਪਵਿੱਤਰ ਹੋਣਗੇ। ਹਾਂਜੀ, ਇਸ ਪ੍ਰਕਾਰ ਕਹਿ ਅਕਬਰ ਸਾਹੂ। ਇਸ ਤਰੀਕੇ ਨਾਲ ਅਕਬਰ ਬਾਦਸ਼ਾਹ ਰਾਮਦਾਸ ਜੀ ਨੂੰ ਕਹਿੰਦਾ ਹੈ। ਹਾਂਜੀ, ਰਾਮਦਾਸ ਕਰ ਬਿਦਾ ਉਮਾਹੂ। ਤੇ ਰਾਮਦਾਸ ਜੀ ਨੂੰ ਬੜੇ ਪ੍ਰੇਮ ਨਾਲ ਅਕਬਰ ਨੇ ਵਿਦਾ ਕੀਤਾ ਉੱਥੋਂ। ਇੱਕ ਦਿਨ ਆਪਣੇ ਗ੍ਰਹਿ ਰਹਿ ਕਰਕੇ। ਇੱਕ ਦਿਨ ਫਿਰ ਗੁਰੂ ਰਾਮਦਾਸ ਸਾਹਿਬ ਆਪਣੇ ਘਰ ਰਹੇ ਜੀ।
ਹਾਂਜੀ। ਸ਼੍ਰੀ ਗੁਰ ਕੋ ਮਨ ਪ੍ਰੇਮ ਸਬਰ ਕੈ। ਗੱਜ ਕੇ ਆਖੋ ਵਾਹਿਗੁਰੂ। ਘਰ ਤੇ ਆ ਗਏ ਹੈ, ਪਰ ਸੱਚ ਇਹ ਹੈ ਮਨ ਵਿੱਚ ਗੁਰੂ ਅਮਰਦਾਸ ਜੀ ਦਾ ਪਿਆਰ ਵਸਿਆ ਹੋਇਆ ਜੀ। ਮਨ ਵਿੱਚ ਹੈਗਾ ਵੀ ਮੈਂ ਛੇਤੀ ਛੇਤੀ ਗੋਇੰਦਵਾਲ ਸਾਹਿਬ ਚਲੇ ਜਾਵਾਂ। ਹਾਂਜੀ। ਜਬ ਬਾਜ਼ਾਰ ਮਹਿ ਪਹੁੰਚੇ ਜਾਏ। ਪਿਆਰਿਓ ਰਾਤ ਕੱਟੀ, ਅਗਲਾ ਦਿਨ ਚੜ੍ਹਿਆ ਤੇ ਮਹਾਰਾਜ ਬਾਜ਼ਾਰ ਵਿੱਚ ਪਹੁੰਚੇ ਜੀ। ਹੁਣ ਕੁਦਰਤੀ ਹੈ ਬਾਜ਼ਾਰ ਵਿੱਚੋਂ ਲੰਘਣਾ ਸੀਗਾ, ਲਾਹੌਰ ਦੇ ਬਾਜ਼ਾਰ ਵਿੱਚੋਂ ਲੰਘੇ ਜੀ। ਹਾਂਜੀ। ਬਹੁਤ ਮੋਲ ਕੇ ਬਸਤਰ ਬਿਕਾਏ। ਉੱਥੇ ਇੱਕ ਦੁਕਾਨ ਤੇ ਨਾ ਬੜਾ ਮਹਿੰਗਾ ਕੱਪੜਾ ਵਿਕ ਰਿਹਾ ਸੀਗਾ। ਉਦੋਂ ਕੱਪੜੇ ਦੋ ਚਾਰ ਹੁੰਦੇ ਸੀਗੇ, ਇੱਕ ਲੱਠੇ ਦਾ ਕੱਪੜਾ ਹੁੰਦਾ ਸੀਗਾ, ਇਸ ਤਰ੍ਹਾਂ ਦੇ ਦੋ ਚਾਰ ਕੱਪੜੇ ਹੁੰਦੇ, ਇੰਨੀਆਂ ਵੈਰਾਈਟੀਜ਼ ਨਹੀਂ ਸੀ ਹੁੰਦੀਆਂ ਕੱਪੜੇ ਦੀਆਂ ਜੀ। ਇੱਕ ਬੜਾ ਮਹਿੰਗਾ ਕੱਪੜਾ ਵਿਕ ਰਿਹਾ ਜੀ। ਹਾਂਜੀ। ਅਤ ਸੁੰਦਰ ਕੋ ਦੇਖਣ ਲਾਗੇ। ਤੇ ਮਹਾਰਾਜ ਬਾਜ਼ਾਰ ਵਿੱਚ ਤੁਰਦੇ ਜਾ ਰਹੇ ਆ ਤੇ ਕੱਪੜਾ ਵੇਖਣ ਲੱਗ ਪਏ। ਤੇ ਪਿਆਰਿਓ ਜਦੋਂ ਮਹਾਰਾਜ ਨੇ ਕੱਪੜਾ ਵੇਖਿਆ, ਕੱਪੜਾ ਬੜਾ ਸੋਹਣਾ ਲੱਗਾ। ਹੁਣ ਇੱਕ ਮਿੰਟ ਤੁਸੀਂ ਆਪਣੀ ਸੁਰਤ ਬਾਜ਼ਾਰ 'ਚ ਖੜੋ ਹਾਂ, ਗੱਜ ਕੇ ਆਖੋ ਵਾਹਿਗੁਰੂ। ਜਿਹੜਾ ਕੱਪੜਾ ਸਾਨੂੰ ਚੰਗਾ ਲੱਗਦਾ ਅਸੀਂ ਕਹਿੰਦੇ ਅਸੀਂ ਇਹਦਾ ਇੱਕ ਸੂਟ ਸਵਾ ਲਈਏ, ਇਹਦੇ ਬਸਤਰ ਬਣਵਾ ਲਈਏ। ਗੁਰੂ ਰਾਮਦਾਸ ਜੀ ਨੂੰ ਕੱਪੜਾ ਬੜਾ ਸੋਹਣਾ ਲੱਗਾ ਜੀ। ਹਾਂਜੀ। ਇਹ ਘਰ ਉਚਿਤ ਚਿਤਵ ਲਾਗੇ। ਤੇ ਪਤਾ ਗੁਰੂ ਰਾਮਦਾਸ ਜੀ ਕੀ ਸੋਚਣ ਲੱਗੇ? ਕਹਿੰਦੇ ਇਹ ਕੱਪੜਾ ਜੇ ਗੁਰੂ ਅਮਰਦਾਸ ਸਾਹਿਬ ਜੀ ਦੇ ਗਲ ਵਿੱਚ ਪਵੇ ਤੇ ਬੜਾ ਸੋਹਣਾ ਲੱਗੇਗਾ। ਇਹਨੂੰ ਕਹਿੰਦੇ ਚ ਪ੍ਰੇਮ। ਪ੍ਰੇਮ ਕੀ ਹੈ? ਜਿੱਥੇ ਮੈਂ ਪਰਾਂ ਹੋ ਜਾਏ ਜੀ, ਪਰੇ ਮੈਂ ਵਿੱਚੋਂ ਨਿਕਲ ਜਾਵੇ, ਉਹਨੂੰ ਪ੍ਰੇਮ ਕਹਿੰਦੇ ਆ। ਸਾਧ ਸੰਗਤ, ਜਿੱਥੇ ਆਪਣਾ ਚੇਤਾ ਭੁੱਲ ਜਾਵੇ, ਕੇਵਲ ਪ੍ਰੇਮੀ ਦਾ ਚੇਤਾ ਰਹਿ ਜਾਏ, ਉਹਨੂੰ ਪ੍ਰੇਮ ਕਹਿੰਦੇ ਆ। ਪ੍ਰੇਮ ਵਿੱਚ ਕੱਪੜੇ ਪਾ ਕੇ ਖੁਸ਼ੀ ਨਹੀਂ ਚ ਹੁੰਦੀ, ਪ੍ਰੇਮ ਵਿੱਚ ਕੱਪੜੇ ਪਵਾ ਕੇ ਖੁਸ਼ੀ ਹੁੰਦੀ ਹੈ। ਮਾਂ ਨੂੰ ਪੁੱਛ ਕੇ ਵੇਖੋ, ਉਹਨੂੰ ਇੰਨੀ ਖਾ ਕੇ ਖੁਸ਼ੀ ਨਹੀਂ ਹੁੰਦੀ ਜਿੰਨੀ ਆਪਣੇ ਬੱਚੇ ਨੂੰ ਖਵਾ ਕੇ ਖੁਸ਼ੀ ਹੁੰਦੀ ਹੈ। ਮਹਾਰਾਜ ਗੁਰੂ ਰਾਮਦਾਸ ਜੀ ਸੋਚਦੇ ਹੈ ਇਹ ਕੱਪੜੇ ਤੇ ਗੁਰੂ ਅਮਰਦਾਸ ਜੀ ਪਾਉਣ ਤੇ ਜ਼ਿਆਦਾ ਚੰਗੀ ਗੱਲ ਹੈ। ਹਾਂਜੀ। ਗੁਰ ਕੋ ਬਸਤਰ ਹੋਏ ਇਸ ਕੇਰਾ, ਇਹ ਉਪਰ ਕੋ ਬਨਹਿ ਬਡੇਰਾ। ਹੁਣ ਸਾਧ ਸੰਗਤ ਜੀ ਸੋਚਾਂ ਸੋਚਦੇ ਹੈ ਵੀ ਇਹਦਾ ਮਹਾਰਾਜ ਦਾ ਚਾਦਰਾ ਬਣ ਜਾਏਗਾ, ਇਹਦਾ ਚੋਲਾ ਬਣ ਜਾਏਗਾ, ਸਾਰੀ ਗੱਲ ਸੋਚਣ ਦੇ ਹੈ। ਹਾਂਜੀ। ਧਨ ਢਿਗ ਨਹੀਂ ਮੋਲ ਕੋ ਜੋ ਦੇ। ਪਰ ਜਦੋਂ ਕੱਪੜੇ ਦਾ ਰੇਟ ਪੁੱਛਿਆ, ਗੱਜ ਕੇ ਆਖੋ ਵਾਹਿਗੁਰੂ। ਬਾਜ਼ਾਰ ਵਿੱਚ ਖਲੋਤੇ ਐ, ਕੱਪੜੇ ਵਾਲੀ ਦੁਕਾਨ ਤੇ ਖਲੋਤੇ ਐ, ਕੱਪੜੇ ਦਾ ਮੁੱਲ ਪੁੱਛਿਆ ਤੇ ਪਿਆਰਿਓ ਮੁੱਲ ਬਹੁਤ ਜ਼ਿਆਦਾ, ਤੇ ਇੰਨੀ ਮਾਇਆ ਜੇਬ 'ਚ ਨਹੀਂ ਹੈਗੀ ਜੀ। ਤੇ ਹੁਣ ਜਿਹੜਾ ਵਸਤੂ ਭੇਟਾ ਕਰਨੀ ਚਾਹੁੰਦਾ ਤੇ ਮਾਇਆ ਨਹੀਂ ਹੈਗੀ ਤਾਂ ਉਹ ਕੀ ਕਰੇ? ਉਹ ਸੁਣੋ ਫਿਰ। ਹਾਂਜੀ। ਗੋਰਹਿਤ ਬਸਤਰ ਬਣਾਏ ਜੇ ਲੈ। ਤੇ ਮਤਲਬ ਮਾਇਆ ਨਹੀਂ ਹੈਗੀ ਵੀ ਮੈਂ ਮਹਾਰਾਜ ਵਾਸਤੇ ਕੱਪੜੇ ਲੈ ਜਾਵਾਂ, ਗੁਰੂ ਸਾਹਿਬ ਨੂੰ ਸਵਾ ਕੇ ਦਿਆਂ। ਹਾਂਜੀ। ਗੁਰ ਕੇ ਉਚਿਤ ਜਾਨ ਨਹਿ ਤਜੈ। ਪਰ ਹੁਣ ਕਰਨ ਕੀ? ਦੁਕਾਨ ਤੋਂ ਅੱਗੇ ਪੈਰ ਵੀ ਨਹੀਂ ਪੁੱਟਿਆ ਜਾ ਰਿਹਾ। ਪੈਰ ਨਹੀਂ ਪੁੱਟਿਆ ਜਾ ਰਿਹਾ। ਕਿਉਂ ਨਹੀਂ ਪੁੱਟਿਆ ਜਾ ਰਿਹਾ? ਇੰਨਾ ਕੀਮਤੀ ਕੱਪੜਾ ਸਤਿਗੁਰੂ ਜੀ ਨੂੰ ਪਾਉਣਾ ਚਾਹੀਦਾ ਹੈ। ਇਹ ਮਹਾਰਾਜ ਨੂੰ ਬੜਾ ਫੱਬੇਗਾ। ਪੈਰ ਨਹੀਂ ਅੱਗੇ ਪੁੱਟਿਆ ਜਾ ਰਿਹਾ, ਚਰਨ ਨਹੀਂ ਅੱਗੇ ਜਾ ਰਿਹਾ। ਹਾਂਜੀ। ਖਰੋ ਰਹਿਓ ਹਿਰਦੇ ਮਹਿ ਜਜੈ। ਤੇ ਫਿਰ ਉੱਥੇ ਹੀ ਖਲੋ ਗਏ ਮਹਾਰਾਜ। ਹੁਣ ਸੁਰਤ ਦੀ ਖੇਡ ਵੇਖਿਓ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਉੱਥੇ ਹੀ ਖਲੋ ਗਏ ਬਾਜ਼ਾਰ 'ਚ। ਤੇ ਬਾਜ਼ਾਰ 'ਚ ਖਲੋ ਕੇ ਨਾ ਮਨ 'ਚ ਕੱਪੜਾ ਖਰੀਦ ਲਿਆ ਜੀ ਉਹਨਾਂ ਨੇ। ਮਨ ਹੀ ਮਨ 'ਚ ਖਰੀਦ ਲਿਆ। ਹਾਂਜੀ। ਮਨ ਕਰ ਬਸਤਰ ਸੀਵਤੋ ਖਰਿਓ। ਤੇ
ਆਪਣੇ ਮਨ ਨਾਲ ਸਮਾ ਲਿਆ ਵੀ ਇਹਦੀ ਵੱਡੀ ਚਾਦਰ ਬਣ ਗਈ ਹੈ, ਇਹਦਾ ਚੋਲਾ ਬਣ ਗਿਆ, ਇਹਦੀ ਦਸਤਾਰ ਬਣ ਗਈ, ਇਹਦਾ ਹਜੂਰੀਆ ਬਣ ਗਿਆ। ਆਪਣੇ ਮਨ ਹੀ ਮਨ ਉਹ ਬਸਤਰ ਸੀ ਲਏ ਜੀ। ਹਾਂਜੀ, ਗਰ ਗੁਰ ਕੇ ਪਹਿਰਾਵਨ ਕਰਿਓ। ਤੇ ਖਲੋਤੇ ਲਾਹੌਰ ਦੇ ਬਾਜ਼ਾਰ 'ਚ, ਪਰ ਸੁਰਤ ਗੋਇੰਦਵਾਲ ਸਾਹਿਬ ਲੈ ਕੇ ਗਏ ਤੇ ਆਪਣੇ ਮਨ ਹੀ ਮਨ ਮਹਾਰਾਜ ਨੂੰ ਬਸਤਰ ਪਵਾ ਵੀ ਰਹੇ ਹੈ ਜੀ। ਇੱਕ ਨਾ ਮਨ ਵਿੱਚ ਦ੍ਰਿਸ਼ ਪ੍ਰਵੇਸ਼ ਹੋਇਆ ਹੁੰਦਾ ਵੀ ਜੇ ਮੈਂ ਇਹੋ ਜਿਹੇ ਕੱਪੜੇ ਪਾਵਾਂ ਤੇ ਕਿਹੋ ਜਿਹਾ ਲੱਗਾਂਗਾ। ਤੇ ਜੇ ਆਪਣੇ ਬਾਰੇ ਪ੍ਰਵੇਸ਼ ਹੋਇਆ ਹੁੰਦਾ ਨਾ ਜੀ, ਤੇ ਜਿਹਦੇ ਨਾਲ ਪਿਆਰ ਹੋਵੇ ਉਹਦੇ ਬਾਰੇ ਵੀ ਹੋ ਸਕਦਾ ਜੀ। ਮਨ ਹੀ ਮਨ ਮਹਾਰਾਜ ਨੂੰ ਕੱਪੜੇ ਪਵਾ ਵੀ ਰਹੇ ਆ ਜੀ। ਹਾਂਜੀ, ਪੁਨ ਉਪਰ ਕੋ ਬਸਤਰ ਸੁਧਾਰ ਹੈ, ਪਹਿਰਾਵੇ ਗੁਰ ਧਿਆਨ ਸੋ ਧਾਰ ਹੈ। ਬਸ ਧਿਆਨ ਧਾਰ ਕੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਰਾਮਦਾਸ ਜੀ ਕੱਪੜੇ ਪਵਾ ਰਹੇ ਆ ਜੀ। ਪ੍ਰੇਮ ਦੀ ਖੇਡ ਹੈ। ਹਾਂਜੀ, ਗੋਇੰਦਵਾਲ ਜਾਨ ਕਰ ਪਾਓ, ਸ਼੍ਰੀ ਗੁਰ ਪਹਿਰਹਿ ਅੰਗ ਹਿਲਾਓ। ਵਾਹ ਵਾਹ ਵਾਹ, ਗੱਜ ਕੇ ਆਖੋ ਵਾਹਿਗੁਰੂ। ਪਿਆਰਿਓ, ਜੇ ਪਿਆਰ ਕਰਨ ਵਾਲਾ ਪੂਰਾ ਹੈ ਤੇ ਜਿਹਦੇ ਨਾਲ ਪਿਆਰ ਕੀਤਾ ਜਾ ਰਿਹਾ ਉਹ ਵੀ ਪੂਰਾ ਹੈ। ਇੱਧਰ ਗੁਰੂ ਅਮਰਦਾਸ ਸਾਹਿਬ ਗੋਇੰਦਵਾਲ ਸਾਹਿਬ 'ਚ ਬੈਠੇ ਹੈ, ਆਪਣੇ ਆਸਣ ਤੇ ਬੈਠੇ ਹੈ। ਗੁਰੂ ਰਾਮਦਾਸ ਜੀ ਲਾਹੌਰ ਦੇ ਬਾਜ਼ਾਰ 'ਚ ਖਲੋਤੇ ਹੈ, ਉੱਥੋਂ ਕੱਪੜੇ ਪਵਾ ਰਹੇ ਹੈ। ਗੁਰੂ ਅਮਰਦਾਸ ਜੀ ਸਰੀਰ ਇੰਝ ਹਿਲਾ ਰਹੇ ਆ ਜਿਵੇਂ ਕੱਪੜੇ ਪਾ ਰਹੇ ਹੋਣ ਜੀ। ਪਹਿਲਾਂ ਤਣੀਆਂ ਬੰਨ੍ਹਦੇ ਸਨ ਜੀ, ਬਟਨ ਨਹੀਂ ਸੀ ਹੁੰਦੇ, ਇਸ ਪਾਸੇ ਤਣੀਆਂ ਲੱਗਦੀਆਂ ਸਨ ਜੀ। ਮਹਾਰਾਜ ਤਣੀਆਂ ਬੰਨਣ, ਇੰਝ ਕਰਨ ਜਿਵੇਂ ਤਣੀ ਬੰਨ੍ਹ ਰਹੇ ਆ। ਕਦੀ ਇਸ ਤਰ੍ਹਾਂ ਬਾਂਹ ਹਿਲਾਉਣ ਜਿਵੇਂ ਚੋਲਾ ਪਾਈਦਾ। ਤੇ ਸਿੱਖ ਦੇਖ ਰਹੇ ਵੀ ਮਹਾਰਾਜ ਕਿਹੋ ਜਿਹੇ ਅੱਜ ਸਰੀਰ ਨੂੰ ਕਿਵੇਂ ਹਿਲਾ ਰਹੇ ਆ। ਹਾਂਜੀ, ਕਬ ਹਾਥਨ ਕੋ ਉੱਚੇ ਕਰੈ। ਕਦੀ ਤੇ ਮਹਾਰਾਜ ਹੱਥ ਉੱਚਾ ਕਰ ਲੈਂਦੇ ਆ ਗੁਰੂ ਅਮਰਦਾਸ ਜੀ, ਕਦੀ ਇਹ ਹੱਥ ਉੱਚਾ ਕਰ ਲੈਂਦੇ ਆ। ਹਾਂਜੀ, ਕਬ ਹੈ ਤਨੀ ਬੰਧਨ ਕੋ ਧਰੈ। ਕਦੀ ਇੰਝ ਕਰਦੇ ਜਿਵੇਂ ਤਣੀਆਂ ਬੰਨੀ ਦੀਆਂ ਨੇ। ਹਾਂਜੀ, ਇਤ ਉਤ ਹੋ ਕਰ ਦੇਹ ਹਿਲਾਵੈ। ਕਦੀ ਮਹਾਰਾਜ ਇੱਧਰੋਂ ਹਿਲਦੇ ਆ, ਕਦੀ ਇੱਧਰੋਂ ਹਿਲਦੇ ਆ। ਸਰੀਰ ਹਿਲਾ ਰਹੇ ਗੁਰੂ ਅਮਰਦਾਸ ਜੀ। ਹਾਂਜੀ, ਸਭ ਸਿੱਖ ਦੇਖ ਦੇਖ ਬਿਸਮਾਵਹਿ। ਸਿੱਖ ਵੇਖਣ ਦੇ ਐ, ਸਭਾ ਲੱਗੀ ਐ, ਸੰਗਤਾਂ ਆਈਆਂ ਨੇ। ਇਹ ਮਹਾਰਾਜ ਕੀ ਕਰ ਰਹੇ ਹਨ? ਬੈਠੇ ਸ਼੍ਰੀ ਸਤਿਗੁਰ ਬਿਨ ਕਾਰਨ। ਮਹਾਰਾਜ ਬੈਠੇ ਹਨ ਪਰ ਬਿਨਾਂ ਕਾਰਨ ਤੋਂ ਹੀ ਇੱਕਦਮ ਹੀ। ਹਾਂਜੀ, ਇਤ ਉਤ ਤਨ ਕਰ ਪੂਜਾ ਉਸਾਰਨ। ਕਦੀ ਇਹ ਬਾਂਹ ਹਿਲਾ ਰਹੇ, ਕਦੀ ਇਹ ਹਿਲਾ ਰਹੇ ਐ। ਬਿਨਾਂ ਕਾਰਨ ਤੋਂ ਬਾਹਾਂ ਹਿਲਾਉਣ ਲੱਗ ਪਏ। ਤੇ ਪਿਆਰਿਓ, ਮੈਂ ਇੱਕ ਬੇਨਤੀ ਕਰਾਂ, ਗੁਰੂ ਸਾਹਿਬ ਦਾ ਸਰੀਰ ਪਰਮੇਸ਼ਰ ਦਾ ਸਰੀਰ 'ਚ ਜੇ ਗੁਰੂ ਜੀ ਉਂਗਲ ਵੀ ਹਿਲਾਉਣ ਤਾਂ ਉਹਦਾ ਕਾਰਨ ਹੁੰਦਾ ਹੈ। ਐਵੇਂ ਸਤਿਗੁਰੂ ਉਂਗਲ ਵੀ ਨਹੀਂ ਹਿਲਾਉਂਦੇ। ਜੇ ਮਹਾਰਾਜ ਉਂਗਲ ਹਿਲਾ ਰਹੇ ਆ ਨਾ, ਇਹਦੇ ਵਿੱਚ ਵੀ ਕਿਸੇ ਦਾ ਭਲਾ ਕਰ ਰਹੇ ਆ। ਤੇ ਹੁਣ ਤੇ ਪੂਰਾ ਹੀ ਸਰੀਰ ਹਿਲਾ ਰਹੇ ਆ। ਹਾਂਜੀ, ਸਭ ਕੇ ਮਨ ਕੀ ਬੱਲੂ ਜਾਨ। ਭਾਈ ਬੱਲੂ ਜੀ ਸਾਰਿਆਂ ਦੇ ਮਨ ਦੀ ਗੱਲ ਜਾਣ ਗਏ ਵੀ ਸਾਰੀਆਂ ਸੰਗਤਾਂ ਸੋਚ ਰਹੀਆਂ ਵੀ ਮਹਾਰਾਜ ਸਰੀਰ ਕਿਉਂ ਹਿਲਾ ਰਹੇ ਆ। ਹਾਂਜੀ, ਸੰਸੈ ਜੁਤ ਹੋਏ ਬੂਜਨ ਠਾਨ। ਤੇ ਭਾਈ ਬੱਲੂ ਜੀ ਵਿਚਾਰ ਕਰਦੇ ਵੀ ਸਾਰੀ ਸੰਗਤ ਮਹਾਰਾਜ ਨੂੰ ਪੁੱਛਣਾ ਚਾਹੁੰਦੀ ਪਰ ਪੁੱਛ ਨਹੀਂ ਰਹੀ। ਹਿੰਮਤ ਨਹੀਂ ਹੈ ਕਿਸੇ ਦੀ। ਮਹਾਰਾਜ ਨੂੰ ਪੁੱਛਣਾ ਕਿਹੜਾ ਸੌਖਾ ਹੈ। ਪਰ ਫਿਰ ਭਾਈ ਬੱਲੂ ਜੀ ਨੇ ਹੱਥ ਜੋੜ ਕੇ ਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ, ਹੇ ਪ੍ਰਭ ਸਿੰਘਾਸਨ ਪਰ ਥਿਰੇ। ਹੇ ਮਹਾਰਾਜ ਸੱਚੇ ਪਾਤਸ਼ਾਹ, ਮਹਾਰਾਜ ਆਪ ਜੀ ਆਸਣ ਤੇ ਬੈਠੇ ਹੋਏ ਹੋ। ਹਾਂਜੀ, ਕਿਮ ਇਤ ਉਤ ਅੰਗਨ ਕੋ ਕਰੇ। ਜਿਵੇਂ ਮਹਾਰਾਜ ਆਪ ਜੀ ਆਪਣੇ ਸਰੀਰ ਦੇ ਅੰਗਾਂ ਨੂੰ ਹਿਲਾ ਰਹੇ ਹੋ, ਮਹਾਰਾਜ ਉਵੇਂ ਕਦੀ ਨਹੀਂ ਸਰੀਰ ਦੇ ਅੰਗਾਂ ਨੂੰ ਹਿਲਾਇਆ ਤੁਸੀਂ ਬਿਨਾਂ ਕਿਸੇ ਕਾਰਨ ਤੋਂ। ਹਾਂਜੀ, ਰਾਵਰ ਲੀਲਾ ਲਖੀ ਨਾ ਜਾਏ। ਭਾਈ ਬੱਲੂ ਜੀ ਕਹਿੰਦੇ ਮਹਾਰਾਜ ਆਪ ਜੀ ਦੀ ਜਿਹੜੀ ਖੇਡ ਹੈ ਨਾ, ਇਹ ਮਹਾਰਾਜ ਸਾਡੇ ਸਮਝ ਵਿੱਚ ਨਹੀਂ ਆ ਰਹੀ।
हाँ जी, कहिए प्रभ चाहत समुदाय। महाराज सारी संगत जानना चाहती आप जी किस तरह इस तरह बांह हिलाउण दा की कारण है। हाँ जी, तब श्री अमर पन्यो मन भावत। ते धन गुरु अमरदास साहब जी ने फिर कृपा की, गज के आखो वाहेगुरु वाहेगुरु। सच्चे पातशाह महाराज दस रहे है। हाँ जी, रामदास मोहे पट पहरावत। महाराज कहते भाई तुसी इत्थे बैठे जे असीं भी इत्थे बैठे हाँ, पर लाहौर दे बाजार च खलोते रामदास जी सानू उथों कपड़े पवा रहे है। कहन लगे वेखो प्यार दियां खेडां। हाँ जी, लाभपुर के बाजार मह थिरे। ओ लाहौर दे विच एक बाजार दे विच खलोते होए आ इस समय। तह पिख पट पहरावन करियो। उथे बड़ा वधिया एक कपड़ा वेखिया ते कपड़े खरीदण दी माया कोल नहीं है ते सुरत करके ही सानू पवा रहे ते असीं पा रहे हैं। हाँ जी, सुन सब हिन तब सीस निवायो। ते सारियां ने की कीता जी, सुन के हाथ जोड़ के सिर नवा दिता। आपां भी नवाइए। धन गुरु अमरदास साहब जी महाराज। धन श्री गुरु अमरदास साहिब जी इन्ना प्यार करदे महाराज साडे नाल। हाँ जी, ਭਾਉ ਸਦਾ ਸਿੱਖਨ ਕੋ ਪਾਇਓ। महाराज नूं सिखां दा प्यार चंगा लगदा, सिखां दी भावना चंगी लगदी है। हाँ जी, ਹਿੰਮਤ ਹੈ ਬਸਤਰ ਨਿਵੇਦਨ ਕਰੇ। ਲੱਖ ਗੁਰ ਉਚਿਤ ਪ੍ਰੇਮ ਤੇ ਭਰੇ। ਲਓ ਜੀ ਇਸ ਤਰੀਕੇ ਨਾਲ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਨੂੰ ਬਸਤਰ ਭੇਟਾ ਕਰ ਦਿੱਤੇ ਜੀ। ਭੇਟਾ ਕੀ ਕੀਤੇ? ਪਵਾ ਹੀ ਦਿੱਤੇ ਜੀ। ਤੇ ਸਤਿਗੁਰੂ ਨੇ ਪਾ ਲਏ। ਪਿਆਰਿਓ ਬਹੁਤ ਕੁਝ ਐਸਾ ਜਿਹੜਾ ਹੋ ਹੀ ਜਾਂਦਾ ਪਰ ਵਿਖਦਾ ਨਹੀਂ ਹੈ। ਹੋ ਹੀ ਜਾਂਦਾ ਪਰ ਵਿਖਦਾ ਨਹੀਂ ਹੈ। ਤੇ ਮਹਾਰਾਜ ਆਪਣੇ ਸਿੱਖਾਂ ਨੂੰ ਬੜਾ ਹੀ ਪਿਆਰ ਕਰਦੇ ਆ, ਬੜਾ ਹੀ ਪਿਆਰ ਕਰਦੇ ਆ। ਮੈਂ ਫਿਰ ਬੇਨਤੀ ਕਰਕੇ ਖਿਮਾ ਮੰਗਾ, ਤੁਸੀਂ ਮਾਂ ਪਿਓ ਬੈਠੇ ਤੇ ਇੱਥੇ ਬੜੇ ਕਥਾ ਸੁਣ ਰਹੇ ਹੋ, ਇਮਾਨਦਾਰੀ ਦੇ ਨਾਲ ਆਪਣੇ ਮਨ 'ਚ ਝਾਤੀ ਮਾਰ ਕੇ ਗੱਲ ਕਰਿਓ। ਜਿੰਨਾ ਪਿਆਰ ਤੁਸੀਂ ਆਪਣੇ ਬੱਚਿਆਂ ਨੂੰ ਕਰਦੇ ਹੋ, ਬੱਚੇ ਉਹਨਾਂ ਨਹੀਂ ਕਰਦੇ ਜੀ। ਜਿੰਨਾ ਤੁਸੀਂ ਬੱਚਿਆਂ ਨੂੰ ਕੀਤਾ, ਬੱਚੇ ਨਹੀਂ ਉਹਨਾਂ ਕਰਦੇ ਜੀ। ਇੱਕ ਸਿੱਧੀ ਜੀ ਉਦਾਹਰਣ ਦੇ ਦੇਣਾ। ਮਾਂ ਪੁੱਤਰ ਨੂੰ ਤੇ ਫੋਨ ਕਰਕੇ ਪੁੱਛਦੀ ਹੋਏਗੀ ਵੀ ਰੋਟੀ ਖਾ ਲਈ। ਘਰਾਂ 'ਚ ਇਹੋ ਬੋਲੀ ਬੋਲਦੇ। ਜਿਹੜੇ ਜ਼ਿਆਦਾ ਗੁਰਮੁਖ ਪਰਿਵਾਰ ਹੈ ਉਹ ਪ੍ਰਸ਼ਾਦਾ ਕਹਿ ਦਿੰਦੇ ਵੀ ਪ੍ਰਸ਼ਾਦਾ ਛਕ ਲਿਆ। ਪਰ ਕਦੀ ਕਿਸੇ ਬੱਚੇ ਨੇ ਮਾਂ ਨੂੰ ਫੋਨ ਕਰਕੇ ਨਹੀਂ ਕਿਹਾ ਹੋਏਗਾ ਵੀ ਮਾਤਾ ਜੀ ਪ੍ਰਸ਼ਾਦਾ ਛਕ ਲਿਆ। ਉਚੇਚਾ ਫੋਨ ਕੀਤਾ ਹੋਵੇ, ਬਾਪੂ ਨੂੰ ਕੀਤਾ ਹੋਵੇ ਵੀ ਬਾਪੂ ਜੀ ਪ੍ਰਸ਼ਾਦਾ ਛਕ ਲਿਆ ਏ। ਉਹਦਾ ਕਾਰਨ ਇਹ ਹੈ, ਜਿੰਨਾ ਪਿਆਰ ਮਾਂ ਪਿਓ ਬੱਚਿਆਂ ਨਾਲ ਕਰਦੇ ਨੇ, ਬੱਚੇ ਉਹਨਾਂ ਪਿਆਰ ਨਹੀਂ ਕਰ ਪਾਉਂਦੇ ਜੀ। ਕੁਦਰਤੀ ਖੇਡ ਹੈ। ਹਾਂ, ਜਿੰਨਾ ਤੁਸੀਂ ਉਹਨਾਂ ਨਾਲ ਕਰ ਰਹੇ ਹੋ ਉਹਨਾਂ ਉਹ ਆਪਣੇ ਬੱਚਿਆਂ ਨਾਲ ਜ਼ਰੂਰ ਕਰਨਗੇ। ਇੱਕ ਖੇਡ ਹੈ, ਪਰ ਇਹ ਖੇਡ ਅਧੂਰੀ 'ਚ ਜਿੰਨਾ ਪਿਆਰ ਕੀਤਾ ਉਹਨਾਂ ਮਿਲਿਆ ਨਹੀਂ। ਭਾਈ ਗੁਰਦਾਸ ਜੀ ਕਹਿੰਦੇ, ਸਿੱਖਾ ਦੁਨੀਆ ਨਾਲ ਤੂੰ ਪਿਆਰ ਕਰੇਗਾ ਉਹਨਾਂ ਨਹੀਂ ਉਹ ਤੈਨੂੰ ਮਿਲਣਾ। ਗੁਰੂ ਨਾਲ ਥੋੜਾ ਵੀ ਕਰੇਗਾ, ਸਤਿਗੁਰੂ ਨੇ ਤੇਰੇ ਨਾਲ ਬਹੁਤਾ ਕਰਨਾ ਹੈ। ਤੇ ਕਰਦੇ ਵੀ ਨੇ ਮਹਾਰਾਜ। ਮਹਾਰਾਜ ਅੰਗ ਸੰਗ ਰਾਖੀ ਕਰਦੇ ਹੈ। ਮਹਾਰਾਜ ਕਰਦੇ 'ਚ ਉਹਨਾਂ ਪਿਆਰ। ਕਦੀ ਗੁਰੂ ਨਾਲ ਪਿਆਰ ਕਰਕੇ ਵੇਖੋ, ਜੈਸਾ ਪਿਆਰ ਗੁਰੂ ਰਾਮਦਾਸ ਜੀ ਨੇ ਕੀਤਾ, ਐਸਾ ਪਿਆਰ ਕਰਕੇ ਵੇਖੋ। ਬਣਾਇਆ ਕਿ ਨਹੀਂ ਮਹਾਰਾਜ ਨੇ ਫਿਰ ਪਾਤਸ਼ਾਹ। ਔਰ ਮਾਫ ਕਰਿਓ, ਦੁਨੀਆਦਾਰ ਬੰਦੇ ਅੰਦਰ ਦੀਆਂ ਖੇਡਾਂ ਨੂੰ ਨਹੀਂ ਜਾਣ ਸਕਦੇ। ਇੱਕ ਫਾਰਮੈਲਿਟੀ ਹੈ, ਫਾਰਮੈਲਿਟੀ ਦਾ ਪਿਆਰ ਹੈ, ਫਾਰਮੈਲਿਟੀ ਦੀ ਫਤਿਹ 'ਚ।
ਪਰ ਗੁਰੂ ਸਾਹਿਬ ਫਾਰਮੈਲਿਟੀ ਨਹੀਂ ਪਸੰਦ ਕਰਦੇ। ਮਹਾਰਾਜ ਕਹਿੰਦੇ ਸਿੱਖਾ ਮਨੋਂ ਤਨੋ ਹੋ ਕੇ ਮੇਰੇ ਕੋਲ ਆ, ਤੈਨੂੰ ਮੈਂ ਨਿਹਾਲ ਕਰ ਦਿਆਂਗਾ। ਅੰਦਰੋਂ ਕਪਟ ਚਕਾਵੋ ਮੇਰੇ ਗੁਰ ਸਿੱਖੋ, ਨਿਕਪਟ ਕਮਾਵੋ ਹਰ ਕੀ ਹਰ ਘਾਲ, ਨਿਹਾਲ ਨਿਹਾਲ ਨਿਹਾਲ। ਮਹਾਰਾਜ ਕਹਿੰਦੇ ਇੱਥੇ ਬਿਜ਼ਨਸ ਨਾ ਰੱਖ ਕੇ ਆਈ ਵੀ ਮੈਂ ਗੁਰੂ ਨੂੰ ਪਿਆਰ ਕਰਾਂਗਾ ਤੇ ਗੁਰੂ ਮੈਨੂੰ ਇਹ ਦੇ ਦੇਗਾ। ਇਹ ਵੀ ਕਪਟ ਹੀ 'ਚ ਧੋਖਾ ਅੰਦਰੋਂ ਕੱਢ ਦੇ, ਲੈਣ ਦੇਣ ਕੱਢ ਦੇ ਤੇ ਸਾਰਾ ਕੁਝ ਛੱਡ ਕੇ ਨਿਸ਼ਕਪਟ ਹੋ ਕੇ ਆਪਣੇ ਗੁਰੂ ਦੀ ਸੇਵਾ ਕਰ, ਪ੍ਰੇਮ ਨਾਲ ਸੇਵਾ ਕਰ। ਗੁਰੂ ਤੈਨੂੰ ਨਿਹਾਲ 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 ਕਰ ਦੇਗਾ। 3 ਵਾਰੀ ਨਿਹਾਲ ਸ਼ਬਦ ਸਤਿਗੁਰੂ ਨੇ ਬਾਣੀ 'ਚ ਵਰਤਿਆ। ਅੰਦਰੋਂ ਕਪਟ ਚੁਕਾਵੋ ਮੇਰੇ ਗੁਰ ਸਿੱਖੋ, ਨਿਕਪਟ ਕਮਾਵੋ ਹਰ ਕੀ ਹਲ ਘਾਲ, ਨਿਹਾਲ ਨਿਹਾਲ ਨਿਹਾਲ। ਸੋ ਮਹਾਰਾਜ ਕਿਰਪਾ ਕਰਨ, ਸਤਿਗੁਰੂ ਨਾਲ ਪਿਆਰ ਕਰੋ। ਸਤਿਗੁਰੂ ਦਾ ਪਿਆਰ ਸੱਚਾ 'ਚ, ਥੋੜ੍ਹਾ ਪਿਆਰ ਕਰੋਗੇ ਬਹੁਤਾ ਫਲ ਮਿਲੇਗਾ। ਦੁਨੀਆ ਨਾਲ ਬਹੁਤਾ ਪਿਆਰ ਕਰੋਗੇ ਥੋੜ੍ਹਾ ਫਲ ਮਿਲੇਗਾ। ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ। ਅਗਲਾ ਪ੍ਰਸੰਗ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਦੇ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।